हेलो, सत श्री अकाल मेरे सारे दोस्तों। अज आप शुरू करन जा रहे हैं जी टैसट कंप्यूटर का। ठीक है, सारे बच्चों ने कंप्यूटर टैसट जरूर लाना है क्योंकि थ्योरी तो सारे खबर करवाई हुई है। मैं थ्योरी में कोई गुंजाइश नहीं रही, थ्योरी बहुत खबर करवाई। एक टैसट होर मिल जू शाम को, तो एक वीडियो तो असाइनमेंट आप बन के थोड़ियां तैयार हो गई। तो असाइनमेंट वाला अज 2 दिन लैक्चर अज लगणगे, मैथ के 2 दिन कल लगणगे, इन्हें तो कवर हो जू भाई मैथ। ठीक है, तो देखो, तो वीडियो बहुत बहुत लाइक कर दो तो शेयर कर दो, जल्दी जल्दी अपनी 50K पूरे करो भाई। ठीक है, तुहाडी जिम्मेदारी है, बाकी सारा काम मेरा गा। देखो, एक व्यक्ति जो गलत तरीके नाल होरां लोकां दे कंप्यूटर तक पहुँच के, कोई व्यक्ति है वो गलत तरीके नाल अपने कंप्यूटर पै जिहड़े उन्हां तक पहुँच के गलत तरीके नाल जानकारी इकट्ठी करता है या नुकसान पहुँचाउंदा है, उसनूं आपां की कहांगे? उसनूं आपां हैकर कहांगे, एनालिस्ट कहांगे, इंस्टेंट मैसेंजर कहांगे, प्रोग्रामर कहांगे, स्पैमर कहांगे। तो ਜਿਹੜਾ ਬੰਦਾ ਅਜਿਹਾ ਕਰਦਾ ਆਪਣੇ ਕੰਪਿਊਟਰ ਦੇ ਵਿੱਚ, ਪਹਿਲਾਂ ਤੁਸੀਂ ਆਪਦੇ ਆਪ ਟਿਕ ਲਾ ਲਿਓ, ਇਹ ਤੋਂ ਬਾਅਦ ਮੇਰਾ ਆਨਸਰ ਦੇਖਣਾ। ਤਾਂ ਉਹ ਬੰਦਾ ਬਈ ਕੀ ਕਰ ਰਿਹਾ, ਆਪਾਂ ਨੂੰ ਹੈਕਰ ਆ, ਉਹ ਆਪਣੇ ਕੰਪਿਊਟਰ ਨੂੰ हैक कर रहा है। ओके, ये गल समझो। ਇਹਦਾ आंसर है ऑप्शन नंबर ए। इस तो बाद अगे दूसरे प्रश्न है, द बेसिक आर्कीटैक्चर ऑफ कंप्यूटर बाय डेवलपर। कहते कंप्यूटर का ढांचा आम तौर पर किस द्वारा विकसित किया गया? कंप्यूटर भाई यह जहा होगा, नाल ਉਹਦੇ कीपैड होगा, नाल ਉਹਦੇ CPU होगा। ये सारी चीज़ें डिजाइन की सी ਜਾਂ ਸਾਰੀਆਂ ਚੀਜ਼ਾਂ ਨੇ ਪਹਿਲਾਂ ਦੱਸਿਆ ਜਿਹੜੇ ਪੁਰਾਣੇ ਕੰਪਿਊਟਰ ਸੀ ਉਹ ਕਹੇ ਜਿਹੇ ਹੋਣਗੇ। ਇਹ ਸਾਰੇ ਜਿਹੜਾ ਪੁਰਾਣੇ ਟਾਈਮਾਂ ਦੇ ਵਿੱਚ ਜਾਂ ਨਵੇਂ ਟਾਈਮਾਂ ਦੇ ਵਿੱਚ, ਪੁਰਾਣੇ ਟਾਈਮਾਂ ਦੀ ਗੱਲ ਕਰਦਾ, ਜਿਹੜਾ ਸਭ ਤੋਂ ਪਹਿਲਾਂ ਬੇਸਿਕ ਢਾਂਚਾ ਸੀ ਜਿਹੜਾ ਕੰਪਿਊਟਰ ਦਾ, ਉਹ ਕਿਹਨੇ ਬਣਾਇਆ ਸੀ? ਕਹਿੰਦੇ ਜੌਨ ਨਿਊਮਨ ਨੇ, ਚਾਰਲਸ ਬੇਬੇਜ ਨੇ, ਗਾਰਡਨ ਮੋਰੇ ਨੇ, ਕਿ ਨਨ ਆਫ ਦੀ। ਦੇਖੋ, ਆਹ ਤਾਂ ਆ ਹੀ ਨਹੀਂ ਸਕਦਾ ਕਿਉਂਕਿ ਜਿਹੜਾ ਫਾਦਰ ਆਫ ਕੰਪਿਊਟਰ ਸੀ, ਇਹਦਾ ਆਨਸਰ ਆਊਗਾ ਆਪਸ਼ਨ ਨੰਬਰ ਏ। ਠੀਕ ਹੈ, ਜੌਨ ਬੌਨ ਨਿਊਮਨ ਸੀ ਜਿਹੜੇ ਭਾਈ, ਉਹਨਾਂ ਨੇ ਕੀ ਕਰਿਆ ਸੀ, ਕੰਪਿਊਟਰ ਦਾ ਆਰਕੀਟੈਕਚਰ ਤਿਆਰ ਕੀਤਾ ਸੀ। ਇਹ ਗੱਲ ਦਿਮਾਗ 'ਚ ਬਿਠਾ ਲਓ ਚੰਗੀ ਤਰ੍ਹਾਂ। ਇਹਨਾਂ ਵਿੱਚੋਂ ਕਿਸ ਟਰਮ ਦਾ ਸੰਬੰਧ ਸਕੈਨਰ ਨਾਲ ਹੈ? ਸਕੈਨਰ ਨਾਲ ਕਿਹੜੀ ਟਰਮ ਦਾ ਸੰਬੰਧ ਆ ਭਾਈ? ਸਕੈਨਰ ਹੁੰਦਾ ਹੈ, ਸਕੈਨਰ ਕੀ ਹੈ? ਸਕੈਨਰ ਇੱਕ ਇਨਪੁਟ ਡਿਵਾइस ਹੈਗੀ। ਠੀਕ ਹੈ, ਸਕੈਨਰ ਇੱਕ ਇਨਪੁਟ ਡਿਵਾइस ਹੈ। ਅਤੇ ਸਕੈਨਰ ਕੀ ਕਰਦਾ? ਹਾਰਡ ਕਾਪੀ ਟੂ ਸੌਫਟ ਕਾਪੀ। ਪ੍ਰਸ਼ਨ ਆ ਜਾਂਦਾ ਕਿ ਕੀ ਕੰਮ ਹੈਗਾ ਸਕੈਨਰ ਦਾ? ਸਕੈਨਰ ਉਹ ਹੁੰਦਾ ਜਿਹੜਾ ਆਪਾਂ ਫੋਟੋ ਰੱਖ ਦਿੰਦੇ ਵਿੱਚ, ਉਹਦੇ ਉੱਤੋਂ ਢੱਕ ਜੇ ਦਿੰਦੇ ਆ ਤਾਂ ਉਹ ਫੋਟੋ ਨੂੰ ਸਕੈਨ ਕਰ ਲੈਂਦਾ। ਠੀਕ ਹੈ, ਤਾਂ ਹਾਰਡ ਕਾਪੀ ਤੋਂ ਇਹ ਸੌਫਟ ਕਾਪੀ ਕੱਢਦਾ। ਜਿਹੜੀ ਫੋਟੋ ਸਟੇਟ ਵਾਲੀ ਮਸ਼ੀਨ ਹੁੰਦੀ ਹੈ, ਪ੍ਰਿੰਟਰ ਹੁੰਦਾ ਜਿਹੜਾ, ਪ੍ਰਿੰਟਰ ਆ ਜਾਂਦਾ ਆਊਟਪੁੱਟ ਡਿਵਾइस ਦੇ ਵਿੱਚ, ਉਹ ਕੀ ਕਰਦਾ? ਉਹ ਸੌਫਟ ਕਾਪੀ ਟੂ ਹਾਰਡ ਕਾਪੀ ਜਾਂ ਹਾਰਡ ਕਾਪੀ ਟੂ ਹਾਰਡ ਕਾਪੀ ਵੀ ਕੱਢ ਦਿੰਦਾ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਤਾਂ ਇਹਨਾਂ ਵਿੱਚੋਂ ਕਿਸੇ ਟਰਮ ਦਾ ਸੰਬੰਧ ਸਕੈਨਰ ਨਾਲ ਆ, ਤਾਂ ਇਹਦਾ ਸੰਬੰਧ ਹੈਗਾ ਵੀ ਟਵੇਨ ਦਾ। ਬੀ ਨੰਬਰ ਆਪਸ਼ਨ ਦਾ ਸੰਬੰਧ ਹੈਗਾ ਇਹਨਾਂ 'ਚੋਂ ਸਕੈਨਰ ਨਾਲ। ਇਸ ਤੋਂ ਬਾਅਦ ਕਹਿੰਦੇ ਇਨ ਐਕਸਲ, ਐਕਸਲ ਦੇ ਵਿੱਚ ਈਚ ਸ਼ੀਟ ਇਨ ਏ ਵਰਕ ਡਿਸਪਲੇ। ਐਕਸਲ ਦੇ ਵਿੱਚ ਵਰਕ ਸ਼ੀਟ ਨੂੰ ਪ੍ਰਦਰਸ਼ਿਤ ਕੀਤੀ ਜਾਂਦੀ। ਜਿਹੜੀ ਐਕਸਲ ਦੇ ਵਿੱਚ ਵਰਕ ਸ਼ੀਟ ਆਪਾਂ ਕੋਈ ਬਣਾ ਲਈ, ਉਹ ਪ੍ਰਦਰਸ਼ਿਤ ਕਰਨੀ, ਆਪਣੇ ਮੂਹਰੇ ਲੈ ਕੇ ਆਉਣੀ, ਉਹਨੂੰ ਆਪਾਂ ਕਰਾਂਗੇ ਤਾਂ ਉਹਨੂੰ ਆਪਾਂ ਲੈ ਕੇ ਆਵਾਂਗੇ ਭਾਈ ਟੈਬ ਨਾਲ। ਜੋ ਟੈਬ ਨਾਲ ਬਣਾਵਾਂਗੇ ਤਾਂ ਆਪਣੀ ਜਿਹੜੀ ਵਰਕ ਸ਼ੀਟ ਬਣਾਈ ਹੈ, ਵਰਕ ਸ਼ੀਟ ਤਾਂ ਉਹ ਸਾਹਮਣੇ ਆਪਣੇ ਆ ਜਾਊਗੀ। ਠੀਕ ਹੈ, ਟੈਬ ਨਾਲ। ਇਸ ਤੋਂ ਬਾਅਦ ਅਗਲਾ ਕਹਿੰਦੇ ਜਦੋਂ ਆਪਾਂ ਕੰਟਰੋਲ ਪਲੱਸ ਪੇਜ ਅਪ ਕਰ ਦਾਂਗੇ, ਜਦੋਂ ਆਪਾਂ ਕੰਟਰੋਲ ਕਰਤਾ ਪਲੱਸ ਪੇਜ ਅਪ ਕਰਤਾ ਤਾਂ ਆਪਣੇ ਕੋਲ ਕੀ ਹੋਊਗਾ? ਕਹਿੰਦੇ ਪ੍ਰੀਵੀਅਸ ਸ਼ੀਟ ਓਪਨ ਹੋ ਜੂਗੀ, ਨੈਕਸਟ ਸ਼ੀਟ ਓਪਨ ਹੋ ਜੂਗੀ, ਲਾਸਟ ਸੈੱਲ 'ਤੇ ਵਗ ਜਾਂਗੇ ਕਾਲਮ 'ਤੇ, ਆਪਾਂ ਫਸਟ ਸੈੱਲ 'ਤੇ ਵਗ ਜਾਂਗੇ। ਦੱਸੋ ਭਾਈ ਕੀ ਆਨਸਰ ਆਊਗਾ ਇਹਦਾ? ਜਦੋਂ ਵੀ ਆਪਾਂ ਕੰਟਰੋਲ ਦੇ ਨਾਲ ਪੇਜ ਅਪ ਦੱਬਤਾ ਤਾਂ ਜਿਹੜਾ ਆਪਾਂ ਪਹੁੰਚ ਜਾਂਗੇ ਏ ਨੰਬਰ ਆਪਸ਼ਨ 'ਤੇ। ਕਿੱਥੇ? ਪ੍ਰੀਵੀਅਸ ਸ਼ੀਟ 'ਤੇ ਆਪਾਂ ਪਹੁੰਚ ਜਾਂਗੇ, ਪ੍ਰੀਵੀਅਸ ਸ਼ੀਟ 'ਤੇ। ਇਹ ਗੱਲ ਯਾਦ ਰੱਖਣੀ ਹੈ। ਆਹ ਤੁਹਾਨੂੰ ਬਹੁਤ ਵਾਰੀ ਕਰਵਾਤਾ ਪੇਪਰ ਦੇ ਵਿੱਚ, ਪ੍ਰਸ਼ਨ ਤੁਹਾਨੂੰ ਦੇਖਣ ਨੂੰ ਵੀ ਮਿਲ ਸਕਦਾ। ਕਹਿੰਦੇ ਕਿਸ ਪ੍ਰੋਟੋਕੋਲ ਦੀ ਸਹਾਇਤਾ ਨਾਲ ਅਸੀਂ ਈਮੇਲ ਭੇਜ ਸਕਦੇ ਹਾਂ? ਕਿਸ ਪ੍ਰੋਟੋਕੋਲ ਦੀ ਸਹਾਇਤਾ ਨਾਲ ਆਪਾਂ ਈਮੇਲ ਭੇਜਦੇ ਹਾਂ? ਤਾਂ ਆਪਾਂ ਭੇਜਦੇ ਹਾਂ ਬਈ SMTP ਦੀ ਸਹਾਇਤਾ ਦੇ ਨਾਲ ਆਪਾਂ ਮੇਲ ਭੇਜਦੇ ਹਾਂ। ਤੁਹਾਨੂੰ ਬਹੁਤ ਵਾਰੀ ਕਰਵਾਇਆ ਹੋਇਆ, ਈਮੇਲ ਵਾਲੇ ਚੈਪਟਰ 'ਚ ਵੀ ਕਰਵਾਇਆ ਹੈਗਾ। ਕੋਈ ਪ੍ਰਸ਼ਨ ਇਹੋ ਜਿਹਾ ਨਹੀਂ ਹੈਗਾ ਜਿਹੜਾ ਤੁਹਾਨੂੰ ਨਹੀਂ ਕਰਵਾਇਆ ਵਾ। ਠੀਕ ਹੈ, ਤਾਂ ਬੀ ਨੰਬਰ ਆਪਸ਼ਨ ਇਹਦਾ ਆਨਸਰ ਹੈ। ਇਹਦੀ ਫੁੱਲ ਫਾਰਮ ਕੀ ਹੁੰਦਾ? ਸਿੰਪਲ ਮੇਲ ट्रांसफर प्रोटोकॉल। सिंपल मेल ट्रांसफर प्रोटोकॉल। इसी सहायता नाल आपां मेल भेज सकते हैं। इहदे नाल तां आपां भेज सकते हैं। जे अपने कंप्यूटर दे विच मेल आऊगी तो वो किहदे नाल आऊगी? वो आऊगी पॉप नाल। पॉप 3 तो अपने मोबाइल दे विच ईमेल लैके आऊगा तो SMTP अपने मोबाइल दे विचों ईमेल भेजूगा किसी नूं। ये गल ज़्यादा नहीं पुछ सकते कि लैके कौन आउंदा ते भेजदा कौन अपने मोबाइल चों।
इस तो बाद अगला आ प्रश्न वैसे इंपॉर्टेंट है जी, वैसे कर लियो। कहते 192 161 121 100 ਇਹ ਜਿਹੇ ਨੰਬਰ ਜੇ ਆ ਜਾਣ ਜੇ ਕਿਸ ਸ਼੍ਰੇਣੀ ਨਾਲ ਸੰਬੰਧਿਤ ਆ, ਚਾਰ ਟੋਟੇ ਤਿੰਨ ਤਿੰਨ ਦੇ, ਤਾਂ ਇਹ ਹੈਗਾ ਭਾਈ ਕਲਾਸ ਸੀ ਨਾਲ ਸੰਬੰਧਿਤ। ਓਕੇ ਜੀ, ਕਿਹੜੀ ਨਾਲ? ਕਲਾਸ ਸੀ ਨਾਲ ਸੰਬੰਧਿਤ ਹੈ। ਇਸ ਤੋਂ ਬਾਅਦ ਅੱਗੇ ਲੈਨ ਕਾਰਡ। ਜਿਹੜਾ ਲੈਨ ਕਾਰਡ ਹੁੰਦਾ ਇਹ ਲੋਕਲ ਏਰੀਆ ਨੈਟਵਰਕ ਦੇ ਵਿੱਚ ਵਰਤਿਆ ਜਾਂਦਾ। ਠੀਕ ਹੈ, ਜਿਹੜਾ ਲੈਨ ਹੈਗਾ ਇਹ ਕਰਕੇ ਵਰਤਿਆ ਜਾਂਦਾ ਹੈਗਾ ਲੋਕਲ ਏਰੀਆ ਨੈਟਵਰਕ ਦੇ ਵਿੱਚ। ਇਹਦਾ ਸੈਕਿੰਡ ਨਾਮ ਕੀ ਹੈਗਾ ਲੈਨ ਕਾਰਡ ਦਾ? ਤੁਹਾਨੂੰ ਪਤਾ ਕਿ ਲੈਨ ਕਾਰਡ ਹੈ ਜਿਹੜਾ, ਇਹਦਾ ਸੈਕਿੰਡ ਨਾਮ ਕੀ? NIC ਹੈ, ਮੋਡਮ ਕਾਰਡ ਹੈ ਕਿ ਨਨ ਆਫ ਦੀਜ਼ ਹੈ? ਨਨ ਆਫ ਦੀਜ਼ ਤਾਂ ਆਉਂਦਾ ਨਹੀਂ ਆਪਸ਼ਨ। ਠੀਕ ਹੈ, ਮੋਡਮ ਵੀ ਨਹੀਂ ਆਉਂਦਾ ਕਿਉਂਕਿ ਮੋਡਮ ਦਾ ਕੰਮ ਤਾਂ ਹੁੰਦਾ ਹੈਗਾ ਨੈੱਟ ਨੂੰ ਚਲਾਉਣਾ, ਮੋਡੂਲੇਟਰ ਅਤੇ ਡੀਮੋਡੂਲੇਟ ਕਰਨਾ ਇਹਨੇ। ਠੀਕ ਹੈ, ਕਿਵੇਂ ਪੁੱਛ ਲੈਂਦੇ ਕਿ ਮੋਡਮ ਦਾ ਕੀ ਕੰਮ ਹੈ? ਮੋਡਮ ਦਾ ਕੰਮ ਹੁੰਦਾ ਮੋਡੂਲੇਟਰ ਕਰਨਾ ਅਤੇ ਡੀਮੋਡੂਲੇਟਰ ਕਰਨਾ। ਇਹ ਗੱਲ ਯਾਦ ਰੱਖਣੀ ਹੈ। ਤਾਂ ਲੈਨ ਕਾਰਡ ਦਾ ਦੂਸਰਾ ਨਾਮ ਹੈਗਾ NIC। ਇਹ ਗੱਲ ਯਾਦ ਰੱਖਣੀ ਹੈ, NIC ਨਾਲ ਹੀ ਲੈਨ ਚੱਲਦਾ ਹੁੰਦਾ। ਇਹਦੀ ਫੁੱਲ ਫਾਰਮ ਕੀ? ਨੈਟਵਰਕ ਇੰਟਰਫੇਸ ਕਾਰਡ। ਠੀਕ ਹੈ, ਨੈਟਵਰਕ ਇੰਟਰਫੇਸ ਕਾਰਡ ਲੈਨ ਦਾ ਦੂਸਰਾ ਨਾਮ ਹੈ। ਇਹ ਨੰਬਰ ਆਪਸ਼ਨ ਇਹਦਾ ਆਨਸਰ ਆ ਜਾਊਗਾ। ਇਸ ਤੋਂ ਬਾਅਦ ਕਹਿੰਦੇ MS ਆਫਿਸ। MS ਆਫਿਸ ਦੇ ਵਿੱਚ MS ਵਾਰਡ ਲਿਖਣਾ ਸੀ ਵੈਸੇ ਤਾਂ ਇੱਥੇ। MS ਵਾਰਡ ਦੇ ਵਿੱਚ ਘੱਟੋ ਘੱਟ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਜ਼ੂਮ ਕਿੰਨੀ ਹੁੰਦੀ ਹੈ? MS ਵਾਰਡ ਦੇ ਵਿੱਚ ਕਿੰਨੀ ਹੁੰਦੀ ਹੈ? ਤਾਂ MS ਵਾਰਡ ਦੇ ਵਿੱਚ ਤੁਹਾਨੂੰ ਬਹੁਤ ਵਾਰੀ ਕਰਵਾਇਆ ਗਿਆ ਭਾਈ ਮੈਂ ਕਿ MS ਵਾਰਡ ਦੇ ਵਿੱਚ ਮਿਨੀਮਮ ਤਾਂ 10% ਹੁੰਦੀ ਹੈ ਅਤੇ ਮੈਕਸੀਮਮ 500% ਹੁੰਦੀ ਹੈ। ਇਹ ਗੱਲ ਯਾਦ ਰੱਖਣੀ ਹੈ, ਘੱਟ ਤੋਂ ਘੱਟ 10%, ਵੱਧ ਤੋਂ ਵੱਧ 500% ਕਿਹਦੇ ਵਿੱਚ? MS ਵਾਰਡ ਦੇ ਵਿੱਚ। ਪਰ ਜੇ ਇਹਨਾਂ ਨੇ ਗੱਲ ਕੀਤੀ ਹੈ MS ਐਕਸਲ ਦੀ ਜਾਂ MS ਪਾਵਰ ਪੁਆਇੰਟ ਦੀ, ਉਹਦੇ ਵਿੱਚ ਕੀ ਹੋਊਗਾ? ਉਹਦੇ ਵਿੱਚ ਘੱਟ ਤੋਂ ਘੱਟ ਤਾਂ 10% ਹੀ ਹੋਊ, ਪਰ ਵੱਧ ਤੋਂ ਵੱਧ ਕਿੰਨੀ ਹੋਊਗੀ ਜ਼ੂਮ? 400%। ਤਾਂ ਇਹਨਾਂ ਨੇ MS ਵਾਰਡ ਦੀ ਗੱਲ ਕੀਤੀ। MS ਵਾਰਡ ਦੀ ਆ ਗਿਆ ਆਪਸ਼ਨ ਨੰਬਰ C ਦਾ ਬਿਲਕੁਲ ਸਹੀ ਆਨਸਰ ਹੈ। ਪੇਪਰਾਂ 'ਚ ਆਏ ਹੋਏ ਪ੍ਰਸ਼ਨ ਹੈ ਭਾਈ। MS ਵਾਰਡ ਦੇ ਵਿੱਚ ਸਪੈਲ ਚੈੱਕ ਕਰਨ ਲਈ ਕਿਹੜੀ ਕੀ ਦੀ ਵਰਤੋਂ ਕੀਤੀ ਜਾਂਦੀ ਹੈ? MS ਵਾਰਡ ਆ ਜਿਹੜਾ ਆਪਣਾ, ਉਹਦੇ ਵਿੱਚ ਸਪੈਲ ਚੈੱਕ ਕਰਨ ਵਾਸਤੇ ਕਿਹੜੀ ਕੀ ਦੀ ਵਰਤੋਂ ਕੀਤੀ ਜਾਂਦੀ ਹੈ? ਤਾਂ ਉਹਦੇ ਵਿੱਚ ਵਰਤੋਂ ਕੀਤੀ ਜਾਂਦੀ ਹੈ ਭਾਈ ਕਹਿੰਦੇ F7 F1 F1 F5। F5 ਦਾ ਵਰਤਿਆ ਜਾਂਦਾ ਵੀ ਰੀਫਰੈਸ਼ ਕਰਨ ਵਾਸਤੇ। ਜੇ ਇਸੇ F5 ਨੂੰ ਆਪਾਂ ਵਰਤਦੇ ਹੈਗੇ MS ਪਾਵਰ ਪੁਆਇੰਟ ਦੇ ਵਿੱਚ, ਉੱਥੇ ਇਹ ਕੀ ਚਲਾਊਗਾ? ਸਲਾਈਡ ਸ਼ੋ। ਠੀਕ ਹੈ, F12 ਤੋਂ ਆਪਾਂ ਪਤਾ ਆਪਾਂ ਨੂੰ ਹੁੰਦਾ ਸੇਵ ਐਸ। F12 ਤੋਂ ਆਪਾਂ ਕਿਸੇ ਵੀ ਚੀਜ਼ ਦੀ ਹੈਲਪ ਲੈਣੀ ਹੋਵੇ ਤਾਂ F7 ਇਹਦਾ ਬਿਲਕੁਲ ਸਹੀ ਆਨਸਰ ਹੈ। F7 ਦੀ ਵਰਤੋਂ ਕੀਤੀ ਜਾਂਦੀ ਹੈ ਸਪੈਲ ਚੈੱਕ ਲਈ। ਠੀਕ ਹੈ, ਗ੍ਰਾਮਰ ਦੇ ਵਿੱਚ ਕਿ ਆਪਣਾ ਕੋਈ ਅੱਖਰ ਗਲਤ ਪੈ ਜਾਂਦਾ ਤਾਂ ਉਹ ਦੇਖਣਾ ਪੈਂਦਾ ਆਪਾਂ ਨੂੰ। ਇਹ ਨੰਬਰ ਆਪਸ਼ਨ ਦਾ ਬਿਲਕੁਲ ਸਹੀ ਆਨਸਰ ਹੈ। ਇਹਨਾਂ ਵਿੱਚੋਂ ਕਿਹੜਾ ਇੰਪੈਕਟ ਪ੍ਰਿੰਟਰ ਦੀ ਉਦਾਹਰਨ ਨਹੀਂ ਹੈ? ਆਪਣੇ ਪ੍ਰਿੰਟਰ ਦੋ ਤਰ੍ਹਾਂ ਦੇ ਹੁੰਦੇ, ਕਈ ਵਾਰੀ ਪੁੱਛ ਲੈ ਕਿੰਨੇ ਤਰ੍ਹਾਂ ਦੇ ਪ੍ਰਿੰਟਰ ਹੁੰਦੇ ਆਪਣੇ? ਇੰਪੈਕਟ ਅਤੇ ਨੋਨ ਇੰਪੈਕਟ। ਇਹਨਾਂ 'ਚੋਂ ਕਹਿੰਦੇ ਦੱਸੋ ਕਿ ਇੰਪੈਕਟ ਪ੍ਰਿੰਟਰ ਕਿਹੜਾ ਨਹੀਂ ਹੈਗਾ? ਦੇਖੋ ਜਿਹੜਾ ਲੇਜ਼ਰ ਆ ਭਾਈ, ਜਿਹੜਾ ਲੇਜ਼ਰ ਪ੍ਰਿੰਟਰ ਹੈ ਇਹ ਕੀ ਹੈਗਾ? ਨੋਨ ਇੰਪੈਕਟ ਹੈਗੀ। ਜਿਹੜੇ ਇੰਪੈਕਟ ਪ੍ਰਿੰਟਰ ਹੁੰਦੇ ਉਹ ਹੈਗੇ ਜਿਵੇਂ ਡਾਟ ਹੋ ਗਿਆ, ਡੇਜ਼ੀ ਵੀਲ ਹੋ ਗਿਆ। ਠੀਕ ਹੈ, ਅਤੇ ਹੋਰ ਵੀ ਕਈ ਕੰਪਿਊਟਰ ਹੁੰਦੇ ਆ। ਇਹ ਸਾਰੇ ਕੀ ਹੈ ਪੁੱਤਰੋ? ਇਹ ਸਾਰੇ ਆ ਜਿਹੜੇ ਇਹ ਆ ਜਾਂਦੇ ਆ ਨੋਨ ਇੰਪੈਕਟ ਦੇ ਵਿੱਚ। ਇੰਪੈਕਟ ਦੇ ਵਿੱਚ ਲੇਜ਼ਰ ਆ ਜਾਂਦਾ ਹੈਗਾ। ਠੀਕ ਹੈ, ਇਹਦੀ ਉਦਾਹਰਨ ਨਹੀਂ ਹੈਗੀ ਇੰਪੈਕਟ ਦੀ। ਇੰਪੈਕਟ ਪ੍ਰਿੰਟਰ ਦੀ ਉਦਾਹਰਨ ਨਹੀਂ ਹੈ। ਠੀਕ ਹੈ, ਮਤਲਬ ਕਹਿਣਾ ਮਤਲਬ ਕੀ ਹੈ, ਸੌਰੀ ਇਹ ਨੋਨ ਇੰਪੈਕਟ ਦੀ ਉਦਾਹਰਨ ਹੈ। ਮੈਂ ਗਲਤੀ ਨਾਲ ਕਹੀ, ਇਹ ਨੋਨ ਇੰਪੈਕਟ ਦੀ ਉਦਾਹਰਨ ਹੈਗੀ। ਕਿਹੜੀ? ਲੇਜ਼ਰ ਪ੍ਰਿੰਟਰ। ਇੱਕ ਮਿੰਟ ਯਾਰ, ਪੋਜੀਸ਼ਨ 'ਚ ਨੌਲੇਜ ਗਿਆ ਮੈਂ ਥੋੜ੍ਹਾ ਜਿਹਾ। ਇਹਨਾਂ ਵਿੱਚ ਕਿਹੜਾ ਇੰਪੈਕਟ ਪ੍ਰਿੰਟਰ ਦੀ ਉਦਾਹਰਨ ਨਹੀਂ ਹੈ? ਇੰਪੈਕਟ ਪ੍ਰਿੰਟਰ ਦੀ ਉਦਾਹਰਨ ਦਾ ਵੀ ਫਿਰ ਲੇਜ਼ਰ ਪ੍ਰਿੰਟਰ ਨਹੀਂ ਹੈਗਾ। ਠੀਕ ਹੈ, ਇੰਪੈਕਟ ਪ੍ਰਿੰਟਰ ਦੀ ਉਦਾਹਰਨ ਨਹੀਂ ਹੈਗਾ, ਇਹ ਨੋਨ ਇੰਪੈਕਟ ਦੀ ਉਦਾਹਰਨ ਹੈ। ਇਸ ਤੋਂ ਬਾਅਦ ਅਗਲਾ ਕਹਿੰਦੇ ਜੋ ਪ੍ਰੋਗਰਾਮ ਰੋਮ ਦੇ ਵਿੱਚ ਸਟੋਰ ਕੀਤਾ ਜਾਂਦਾ ਉਸ ਨੂੰ ਕੀ ਕਹਿੰਦੇ ਹਨ? ਰੋਮ ਦੇ ਵਿੱਚ ਜਿਹੜਾ ਪ੍ਰੋਗਰਾਮ ਸਟੋਰ ਕੀਤਾ ਜਾਂਦਾ ਉਸ ਨੂੰ ਕੀ ਕਹਿੰਦੇ ਹਨ? ਦੇਖੋ ਹਾਰਡਵੇਅਰ ਦਾ ਕੋਈ ਸੰਬੰਧ ਹੀ ਨਹੀਂ ਚੀਜ਼ ਨਾਲ, ਪ੍ਰੋਗਰਾਮ ਨਾਲ, ਕਿਉਂਕਿ ਹਾਰਡਵੇਅਰ ਤਾਂ ਉਹ ਚੀਜ਼ਾਂ ਹੁੰਦੀਆਂ ਜਿਹਨਾਂ ਨੂੰ ਆਪਾਂ ਛੂਹ ਸਕਦੇ ਹਾਂ। ਜਿਹਨੂੰ ਆਪਾਂ ਛੂਹ ਸਕਦੇ ਹਾਂ ਹੱਥ ਨਾਲ, ਉਹ ਤਾਂ ਹੁੰਦੀਆਂ ਹਾਰਡਵੇਅਰ। ਜਿਹਨੂੰ ਆਪਾਂ ਹੱਥ ਨਾਲ ਨਹੀਂ ਛੂਹ ਸਕਦੇ ਉਹ ਕਿਹੜੇ ਹੁੰਦੇ ਆ? ਉਹ ਹੁੰਦੇ ਆ ਸੌਫਟਵੇਅਰ। ਅਤੇ ਹੁਣ ਰੋਮ ਦੇ ਵਿੱਚ ਜਿਹੜਾ ਸਟੋਰ ਹੁੰਦਾ ਡਾਟਾ, ਜਿਵੇਂ ਕੋਈ ਵੀ ਡਾਟਾ ਰੋਮ ਦੇ ਵਿੱਚ ਸਟੋਰ ਹੁੰਦਾ ਉਹਨੂੰ ਆਪਾਂ ਕੀ ਕਹਾਂਗੇ? ਉਹਨੂੰ ਆਪਾਂ ਕਹਾਂਗੇ C ਨੰਬਰ ਆਪਸ਼ਨ ਫਰਮਵੇਅਰ। ਓਕੇ, ਇਹ ਗੱਲ ਯਾਦ ਰੱਖਣਾ। ਟਿਕ ਲਾ ਲਿਆ ਕਰੋ, ਦੇਖ ਲਓ ਕਿੰਨੀ ਗੱਲ ਤੁਹਾਡੀ ਸਹੀ ਹੈ। ਲੈਵਲ ਥੋੜ੍ਹਾ ਜਿਹਾ ਹਾਈ ਹੈ। ਰੈਮ ਦੇ ਵਿੱਚ ਕਿੰਨੇ ਰਾਈਟ ਸਾਈਕਲ ਦੀ ਉਨਪਤੀ ਦਿੱਤੀ ਜਾਂਦੀ ਹੈ? ਰੈਮ ਦੇ ਵਿੱਚ ਜਿਹੜੀ ਰੈਮ ਹੁੰਦੀ ਹੈ ਆਪਣੀ ਰੈਂਡਮ ਐਕਸੈਸ ਮੈਮਰੀ ਹੁੰਦੀ ਜਿਹੜੀ ਆਪਣੀ, ਇਹਦੇ ਵਿੱਚ ਕਹਿੰਦੇ ਇਹ ਦੋ ਤਰ੍ਹਾਂ ਦੀ ਹੁੰਦੀ ਹੈ, S ਰੈਮ ਅਤੇ D ਰੈਮ। ਇਹਨੂੰ ਆਪਾਂ ਸਟੈਟਿਕ ਰੈਮ ਕਹਿ ਦਿੰਦੇ ਹਾਂ
ਇਹਨੂੰ ਆਪਾਂ ਡਾਇਨਾਮਿਕ ਕਹਿ ਦਿੰਦੇ ਹਾਂ। ਰੈਮ ਦੇ ਵਿੱਚ ਕਿੰਨੇ ਰਾਈਟ ਸਾਈਕਲ ਦੀ ਅਨੁਮਤੀ ਦਿੱਤੀ ਜਾਂਦੀ ਹੈ, ਕਿੰਨੇ ਵਾਰੀ ਆਪਾਂ ਲਿਖ ਸਕਦੇ ਹਾਂ, ਰਾਈਟ ਦਾ ਮਤਲਬ ਕਿੰਨੇ ਵਾਰੀ ਲਿਖ ਸਕਦੇ ਹਾਂ ਰੈਮ ਦੇ ਵਿੱਚ ਸਿਰਫ ਆਪਾਂ ਓਨਲੀ ਇੱਕ ਵਾਰੀ ਲਿਖ ਸਕਦੇ ਹਾਂ, ਮੁੜ ਕੇ ਜਿਹੜਾ ਪ੍ਰੋਗਰਾਮ 'ਚ ਸੇਵ ਹੋ ਗਿਆ। ਇਹ ਨੰਬਰ ਆਪਸ਼ਨ ਜਿਹੜਾ ਆਨਸਰ ਹੈ। ਇਸ ਤੋਂ ਬਾਅਦ ਇਹਨਾਂ ਵਿੱਚੋਂ ਕਿਹੜੀ ਇੱਕ ਕਨੈਕਟਿੰਗ ਡਿਵਾਈਸ ਨਹੀਂ ਹੈ, ਇਹਨਾਂ ਵਿੱਚੋਂ ਕਨੈਕਟਿੰਗ ਡਿਵਾਈਸ ਕਿਹੜੀ ਨਹੀਂ ਹੈ, ਕਹਿੰਦੇ ਰੂਟਰ ਦਾ ਕਨੈਕਟਿੰਗ ਡਿਵਾਈਸ ਹੈਗੀ। ਰੂਟਰ ਦਾ ਕੀ ਕੰਮ ਹੈਗਾ, ਵੱਖ-ਵੱਖ ਡਿਫਰੈਂਟਾਂ ਨੂੰ, ਵੱਖ-ਵੱਖ ਟਾਈਪ ਦੇ ਨੈਟਵਰਕ ਨੂੰ ਇੱਕ ਕੀ ਦੇਣਾ, ਰਸਤਾ ਦੇਣਾ, ਪਾਥ ਦੇਣਾ, ਉਹਨੂੰ ਆਪਾਂ ਕਹਾਂਗੇ ਰੂਟਰ। ਜਿਵੇਂ ਆਪਾਂ ਕਿਸੇ ਨੂੰ ਫੋਨ ਲਾਇਆ, ਆਪਣੇ ਕੋਲ ਜਿਹੜਾ ਟਾਵਰ ਹੈਗਾ ਉਹਦੇ 'ਤੇ ਆਪਣੀ ਰੇਂਜ ਆਊਗੀ, ਉੱਥੋਂ ਰੂਟਰ ਆਪਾਂ ਨੂੰ ਭੇਜੂਗਾ ਕਿ ਕਿਹੜੇ ਕਨੈਕਸ਼ਨ ਕਿੱਥੋਂ ਦੇ ਟਾਵਰ ਤੋਂ ਤੁਹਾਨੂੰ ਰੇਂਜ ਦੇਗੇ, ਕਿੱਥੇ ਭੇਜਣੀ, ਉਹ ਸਾਰਾ ਕੰਮ ਰੂਟਰ ਦਾ ਹੁੰਦਾ, ਮੋਬਾਈਲਾਂ ਨੂੰ ਰੇਂਜ ਪ੍ਰੋਵਾਈਡ ਕਰਵਾਉਣਾ। ਹੱਬ ਤੁਹਾਨੂੰ ਮੈਂ ਕਰਵਾ ਕੇ ਗਿਆ ਸੀ, ਸਟਾਰ ਟੋਪੋਲੋਜੀ ਦੇ ਵਿੱਚ ਵਰਤਿਆ ਜਾਂਦਾ। ਸਟਾਰ ਟੋਪੋਲੋਜੀ ਦੇ ਵਿੱਚ ਪਹਿਲਾਂ ਹੱਬ ਵਰਤਿਆ ਜਾਂਦਾ ਸੀ, ਪਰ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਕੀ ਵਰਤਿਆ ਜਾਂਦਾ, ਸਵਿੱਚ ਵਰਤੀ ਜਾਂਦੀ ਹੈ। ਇਹ ਦੋਨੇ ਕਨੈਕਟਡ ਡਿਵਾਈਸ ਹੈਗੀਆਂ, ਕਨੈਕਟ ਕਰਦੇ ਨੈਟਵਰਕ ਨੂੰ। ਤਾਂ ਇਹਨਾਂ 'ਚੋਂ ਕਿਹੜੀ ਕਨੈਕਟਡ ਡਿਵਾਈਸ ਨਹੀਂ ਹੈ, ਚਾਰੇ ਆਪਸ਼ਨਾਂ ਤਾਂ ਆ ਹੀ ਨਹੀਂ ਸਕਦੀਆਂ ਕਿਉਂਕਿ ਇਹ ਸਾਰੀਆਂ ਕਨੈਕਟਡ ਡਿਵਾਈਸ ਹੈ। ਤਾਂ ਇਹਦਾ ਆ ਜੂਗਾ ਆਨਸਰ ਈ ਨੰਬਰ ਆਪਸ਼ਨ, ਇਹਦਾ ਬਿਲਕੁਲ ਸਹੀ ਆਨਸਰ ਆ ਜੂਗਾ ਭਾਈ, ਕਿ ਇਹਨਾਂ ਦੇ ਵਿੱਚੋਂ ਸਾਰੀਆਂ ਕਨੈਕਟਡ ਡਿਵਾਈਸ ਆ, ਕੋਈ ਵੀ ਕਨੈਕਟਡ ਡਿਵਾਈਸ ਨਹੀਂ ਹੈਗੀ ਇਹਨਾਂ ਦੇ ਵਿੱਚ। ਇਸ ਤੋਂ ਬਾਅਦ ਅਗਲਾ ਕਹਿੰਦੇ ਇਹਨਾਂ ਵਿੱਚੋਂ ਕਿਹੜੀ ਕਮਾਂਡ ਹੈ ਜਿਸ ਦੀ ਵਰਤੋਂ ਕਰਕੇ ਡੇਟ ਸ਼ੀਟ ਨੂੰ ਬੰਦ ਕੀਤਾ ਜਾ ਸਕਦਾ ਹੈ। ਡੇਟ ਸ਼ੀਟ ਨੂੰ ਬੰਦ ਕੀਤਾ ਜਾ ਸਕਦਾ ਕਾਹਦੇ ਵਿੱਚ, MS ਐਕਸਲ ਦੇ ਵਿੱਚ। ਤਾਂ ਭਾਈ ਇਹ ਹੈਗੀ ਆ ਕੰਟਰੋਲ। O ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ, ਕੋਈ ਆਪਾਂ ਡਾਕੂਮੈਂਟ ਓਪਨ ਕਰਨਾ। C ਦਾ ਮਤਲਬ ਹੁੰਦਾ ਕੋਈ ਡਾਕੂਮੈਂਟ ਕਾਪੀ ਕਰਨਾ। ਤਾਂ ਇਹਦਾ ਆਨਸਰ ਆ ਜਾਊਗਾ ਕੰਟਰੋਲ ਪਲੱਸ B। ਇਹ ਗੱਲ ਯਾਦ ਰੱਖਣੀ ਹੈ। ਇਹਨਾਂ ਵਿੱਚੋਂ ਕਿਸੇ ਦੇ ਪ੍ਰਿੰਟ ਵਿੱਚ ਹੈੱਡ ਅਤੇ ਕਾਗਜ਼ ਨੂੰ ਛੂਹਿਆ ਜਾਂਦਾ ਹੈ, ਇਹਨਾਂ ਵਿੱਚੋਂ ਕਿਸੇ ਦੇ ਪ੍ਰਿੰਟ ਦੇ ਵਿੱਚ ਹੈੱਡ ਅਤੇ ਕਾਗਜ਼ ਨੂੰ ਛੂਹਿਆ ਜਾਂਦਾ ਹੈ, ਇੰਪੈਕਟ ਦੇ ਵਿੱਚ, ਥਰਮਲ ਦੇ ਵਿੱਚ ਕਿ ਨੋਨ ਇੰਪੈਕਟ ਦੇ ਵਿੱਚ। ਤਾਂ ਭਾਈ ਇਹਦਾ ਆਨਸਰ ਆਊਗਾ, ਕਿਉਂਕਿ ਜਿਹੜੇ ਤਾਂ ਹੁੰਦੇ ਨੋਨ ਇੰਪੈਕਟ ਉਹ ਤਾਂ ਹੁੰਦਾ ਨਵੀਂ ਟੈਕਨੋਲੋਜੀ ਦੇ, ਜਿਹੜੇ ਹੁੰਦੇ ਇੰਪੈਕਟ ਇਹ ਹੁੰਦਾ ਪੁਰਾਣੀ ਟੈਕਨੋਲੋਜੀ। ਸਾਨੂੰ ਪਤਾ ਕਿ ਫਿਰ ਅੱਜ ਦੇ ਟਾਈਮ 'ਚ ਕਿਹਦੇ ਛੂਹਿਆ ਜਾਂਦਾ ਹੋਊਗਾ, B ਨੰਬਰ ਆਪਸ਼ਨ ਦੇ ਵਿੱਚ ਪੁਰਾਣੀ ਟੈਕਨੋਲੋਜੀ ਦੇ ਵਿੱਚ। ਪੁਰਾਣੀ ਟੈਕਨੋਲੋਜੀ ਕਿਹੜੀ, ਇੰਪੈਕਟ। ਨਵੀਂ ਟੈਕਨੋਲੋਜੀ ਹੈਗੀ ਨੋਨ ਇੰਪੈਕਟ, ਜਿਹਦੇ 'ਚ ਲੇਜ਼ਰ ਵਗੈਰਾ, ਪਲੋਟਰ ਹੁੰਦਾ, ਜਿਹੜੇ ਫਲੈਕਸੀਆਂ ਕੱਢਦਾ, ਉਹ ਚੀਜ਼ਾਂ ਵਰਤੀਆਂ ਜਾਂਦੀਆਂ ਹੈਗੀਆਂ। ਓਕੇ ਜੀ। ਇਸ ਤੋਂ ਬਾਅਦ ਆਪਾਂ ਆ ਗਏ ਅਗਲੇ 'ਤੇ। ਇਹਦੇ ਵਿੱਚ ਕਿਹਾ ਕਿ ਵਰਤਮਾਨ ਦੇ ਵਿੱਚ CPU ਜਿਸ ਪ੍ਰੋਗਰਾਮ ਅਤੇ ਡਾਟਾ 'ਤੇ ਕੰਮ ਕਰ ਰਿਹਾ ਉਸ ਮੈਮਰੀ ਨੂੰ ਕੀ ਕਿਹਾ ਜਾਂਦਾ ਹੈਗਾ। ਵਰਤਮਾਨ ਦੇ ਵਿੱਚ CPU ਜਿਸ ਪ੍ਰੋਗਰਾਮ ਅਤੇ ਡਾਟਾ 'ਤੇ ਕੰਮ ਕਰਦਾ ਹੈ ਉਸ ਨੂੰ ਕੀ ਕਹਿੰਦੇ ਨੇ। ਜਿਹੜਾ ਵੀ ਆਪਣਾ CPU ਕੰਮ ਕਰਦਾ, ਕੋਈ ਵੀ ਆਪਾਂ ਕੋਈ ਪ੍ਰੋਸੈਸਿੰਗ ਕਰਨੀ ਹੈ, ਕੋਈ ਨੈੱਟ 'ਤੇ ਕੋਈ ਚੀਜ਼ ਕਰਨੀ, ਉਹ ਸਾਰਾ ਕੰਮ ਕਰੇ 'ਚ ਹੋਊਗਾ ਰੈਮ ਦੇ ਵਿੱਚ ਹੁੰਦਾ ਉਹ ਤਾਂ। ਠੀਕ ਹੈ, ਰੈਮ ਹੀ ਦਾ ਸਹੀ ਆਨਸਰ ਹੈ। ਕੋਈ ਵੀ ਆਪਾਂ ਗੇਮ ਖੇਡਣੀ ਹੈ ਜਾਂ ਕੁਛ ਵੀ ਕਰਨਾ, ਆਪਾਂ ਕੰਮ ਕੰਪਿਊਟਰ 'ਤੇ ਆਪਾਂ ਮੈਸੇਜ ਕਰਨਾ, ਚੈਟ ਕਰਨਾ, ਸਾਰਾ ਕੰਮ ਆਪਣਾ ਰੈਮ 'ਤੇ ਹੁੰਦਾ ਨਾ ਕਿ ਰੋਮ 'ਤੇ। ਰੋਮ ਤਾਂ ਇੱਕ ਸਟੋਰੇਜ ਹੁੰਦੀ ਹੈ ਆਪਣੀ, ਜਿਹਦੇ 'ਤੇ ਆਪਾਂ ਕੋਈ ਚੀਜ਼ ਸੇਵ ਕਰ ਸਕਦੇ ਹਾਂ। ਇਸ ਤੋਂ ਬਾਅਦ ਅਗਲਾ ਕਹਿੰਦੇ ਕੰਪਿਊਟਰ ਦੀ ਭਾਸ਼ਾ ਜਾਵਾ ਕਿਸ ਦੁਆਰਾ ਵਿਕਸਿਤ ਕੀਤੀ ਗਈ ਸੀ। ਜਿਹੜੀ ਕੰਪਿਊਟਰ ਦੀ ਭਾਸ਼ਾ ਹੈਗੀ ਜਾਵਾ, ਇਹ ਕਿਸ ਦੁਆਰਾ ਵਿਕਸਿਤ ਕੀਤੀ ਗਈ ਸੀ। ਕਹਿੰਦੇ IBM, ਮਾਈਕਰੋਸੋਫਟ, ਮਾਈਕਰੋ ਇਨਫੋਸਿਸ। IBM ਦੁਆਰਾ ਤਾਂ ਇਹ ਸ਼ਾਇਦ ਕਰੀ ਗਈ ਸੀ ਸਨ ਮਾਈਕਰੋ ਸਿਸਟਮ ਦੁਆਰਾ। ਵੈਰੀ ਇੰਪੋਰਟੈਂਟ ਪ੍ਰਸ਼ਨ ਪੁੱਛ ਸਕਦੇ ਕਿ ਜਾਵਾ ਭਾਸ਼ਾ ਕਿਹਦੇ ਦੁਆਰਾ ਕਰੀ ਗਈ ਸੀ, ਸਨ ਮਾਈਕਰੋ ਸਿਸਟਮ ਦੁਆਰਾ। ਇਸ ਤੋਂ ਬਾਅਦ ਆ ਗਿਆ ਆਪਣਾ ਅਗਲਾ ਪ੍ਰਸ਼ਨ, ਜਿਹੜਾ ਆਪਣਾ ਬੇਸ ਕੰਪਿਊਟਰ ਆ। ਬੇਸ ਕੰਪਿਊਟਰ ਦੇ ਵਿੱਚ ਭਾਸ਼ਾ 1964 ਦੇ ਵਿੱਚ ਕਿਸ ਦੁਆਰਾ ਵਿਕਸਿਤ ਕੀਤੀ ਗਈ ਸੀ। ਜਿਹੜੀ ਆਪਣੀ ਬੇਸ ਕੰਪਿਊਟਰ ਵਿੱਚ ਭਾਸ਼ਾ ਪਾਈ ਗਈ ਸੀ ਸਭ ਤੋਂ ਪਹਿਲਾਂ, ਕਿਹੜੀ ਭਾਸ਼ਾ ਪਾਈ ਗਈ ਸੀ, ਬਾਈਨਰੀ ਲੈਂਗੁਏਜ ਸੀ। ਜਿਹੜੀ ਬਾਈਨਰੀ ਲੈਂਗੁਏਜ ਦੇ ਵਿੱਚ ਦੋ ਅੱਖਰ ਕੰਮ ਕਰਦੇ ਆ, 0 ਅਤੇ 1। 0 ਦਾ ਮਤਲਬ ਹੁੰਦਾ ਆਫ ਅਤੇ 1 ਦਾ ਮਤਲਬ ਹੁੰਦਾ ਔਨ। ਤਾਂ ਬੇਸਿਕ ਦੀ ਫੁੱਲ ਫਾਰਮ ਹੁੰਦੀ ਹੈ ਬੇਸਿਕ ਇਨਪੁੱਟ ਆਊਟਪੁੱਟ, ਇਹ ਜੇ ਕੁਛ ਹੁੰਦਾ। ਉਹਦਾ ਤੋਂ ਬਾਅਦ ਦੱਸ ਦਿਓ, ਚੁੱਕ ਕੇ ਤੁਸੀਂ ਕਰੋ। ਅਤੇ ਇਹਦੇ ਵਿੱਚ ਜਿਹੜੀ ਭਾਸ਼ਾ ਪਾਈ ਸੀ ਕਿਸੇ ਦੁਆਰਾ ਵਿਕਸਿਤ ਕੀਤੀ ਗਈ ਸੀ, ਉਹ ਕੀਤੀ ਗਈ ਸੀ ਭਾਈ ਆਪਣੇ B ਨੰਬਰ ਆਪਸ਼ਨ ਦੁਆਰਾ। B ਨੰਬਰ ਆਪਸ਼ਨ ਦੁਆਰਾ ਬੇਸਿਕ ਕੰਪਿਊਟਰ ਦੀ ਭਾਸ਼ਾ 1964 ਦੇ ਵਿੱਚ ਵਿਕਸਿਤ ਕੀਤੀ ਗਈ ਸੀ। ਇਸ ਤੋਂ ਬਾਅਦ ਅੱਗੇ ਜਦੋਂ ਆਪਾਂ ਕੰਪਿਊਟਰ ਦੇ ਵਿੱਚ ਕੋਈ ਵੀ ਨਵਾਂ ਪ੍ਰੋਗਰਾਮ ਇੰਸਟਾਲ ਕਰਦੇ ਹਾਂ ਤਾਂ ਇਹ ਡੈਸ਼ ਮੀਨੂ ਦੇ ਵਿੱਚ ਜੁੜ ਜਾਂਦਾ। ਆਪਾਂ ਕੰਪਿਊਟਰ ਦੇ ਵਿੱਚ ਕੋਈ ਵੀ ਨਵਾਂ ਪ੍ਰੋਗਰਾਮ ਇੰਸਟਾਲ ਕਰਤਾ ਤਾਂ ਇਹ ਕਿੱਥੇ ਜੁੜੂਗਾ ਜਾ ਕੇ, ਕਹਿੰਦੇ ਆਲ ਪ੍ਰੋਗਰਾਮ ਦੇ ਵਿੱਚ, ਸਿਲੈਕਟ ਪ੍ਰੋਗਰਾਮ ਦੇ ਵਿੱਚ, ਸਟਾਰਟ ਪ੍ਰੋਗਰਾਮ ਦੇ ਵਿੱਚ, ਨਨ ਆਫ ਦੀ। ਜੇ ਆਪਾਂ ਕੋਈ ਵੀ ਪ੍ਰੋਗਰਾਮ ਇੰਸਟਾਲ ਕਰ ਲਿਆ, ਕੋਈ ਵੀ ਗੇਮ ਡਾਊਨਲੋਡ ਕਰ ਲਈ ਜਾਂ ਕੋਈ ਵੀ ਐਪਲੀਕੇਸ਼ਨ ਡਾਊਨਲੋਡ ਕਰ ਲਈ, ਇਹਨਾਂ ਆਪਾਂ ਥੱਲੇ ਕੰਪਿਊਟਰ ਦੇ ਵਿੱਚ ਆਲ ਪ੍ਰੋਗਰਾਮ 'ਤੇ ਜਦੋਂ ਆਪਾਂ ਜਾਵਾਂਗੇ ਉਹਦੇ ਵਿੱਚ ਸ਼ੋਅ ਹੋ ਜਾਂਦਾ ਹੁੰਦਾ ਗਾ। ਤਾਂ ਉੱਥੋਂ ਆਪਾਂ ਸਰਚ ਮਾਰ ਕੇ ਵੀ ਕੱਢ ਸਕਦੇ। ਤਾਂ ਆਪਸ਼ਨ ਨੰਬਰ A ਦਾ ਬਿਲਕੁਲ ਸਹੀ ਆਨਸਰ ਹੈ। ਕੰਪਾਈਲਰ ਕੀ ਹੈ? ਕੰਪਾਈਲਰ ਇੱਕ ਕੀ ਹੈ ਬੱਚਿਓ, ਇਹ ਭਾਸ਼ਾ ਟਰਾਂਸਲੇਟ ਕਰਦਾ। ਕੀ ਕਰਦਾ ਇਹ? ਇੱਕ ਲੈਂਗੁਏਜ ਟਰਾਂਸਲੇਟਰ ਹੈ ਇਹ। ਠੀਕ ਹੈ। ਇੱਕ ਹੁੰਦਾ ਇੰਟਰਪ੍ਰੇਟਰ। ਜਿਹੜਾ ਇੰਟਰਪ੍ਰੇਟਰ ਹੁੰਦਾ ਗਾ, ਇਹ ਤਾਂ ਲਾਈਨ ਬਾਈ ਲਾਈਨ, ਜਿਵੇਂ ਆਪਾਂ ਪੇਜ ਆਪਾਂ ਪੇਜ ਨੂੰ
ट्रांसलेट करना, ਇਹਦਾ ਪਹਿਲਾ पेज करूँगा, फिर इधरों एक लाइन इधरों करूँ, एक लाइन इधरों, फिर एक लाइन इधरों, फिर एक लाइन इधरों, फिर एक लाइन इधरों, लाइन बाई लाइन करूँगा कौन, इंटरप्रेटर। ਜਿਹੜਾ ਕੰਪਾਈਲਰ ਆ ਭਾਈ ਇਹ ਕੀ ਕਰੂਗਾ, ਇਹ पेज बाय पेज कर दूगा, पेज बाय पेज सारे पेज ਨੂੰ ट्रांसलेट कर दूगा। एक ਹੁੰਦਾ ਅਸੈਂਬਲਰ, ਅਸੈਂਬਲਰ ਦਾ ਕੀ ਕੰਮ ਹੈਗਾ, ਇਹਦਾ ਕੰਮ ਹੈਗਾ ਗਾ ਮਸ਼ੀਨ ਲੈਂਗੁਏਜ ਨੂੰ ਅਸੈਂਬਲੀ ਲੈਂਗੁਏਜ ਨੂੰ ਮਸ਼ੀਨੀ ਲੈਂਗੁਏਜ 'ਚ ਬਦਲਣਾ। ਠੀਕ ਹੈ, ਅਸੈਂਬਲੀ ਲੈਂਗੁਏਜ ਨੂੰ ਮਸ਼ੀਨੀ ਲੈਂਗੁਏਜ 'ਚ ਬਦਲਣਾ ਇਹਦਾ ਕੰਮ ਹੈਗਾ ਕੰਪਾਈਲਰ ਦਾ, ਉਹਦਾ ਆਪਣੇ ਦਾ ਅਸੈਂਬਲਰ ਦਾ। ਠੀਕ ਹੈ, ਤਾਂ ਇਹਦਾ ਕੰਪਾਈਲਰ ਕੀ ਹੈ, ਕਹਿੰਦੇ ਇੱਕ ਕੰਪਾਈਲਰ ਇੱਕ ਭਾਈ ਸਿਸਟਮ ਸੌਫਟਵੇਅਰ ਹੈ, ਗੱਲ ਯਾਦ ਰੱਖਣੀ, ਸਿਸਟਮ ਨੂੰ ਚਲਾਉਂਦਾ ਕੰਪਾਈਲਰ। ਠੀਕ ਹੈ, ਐਪਲੀਕੇਸ਼ਨ ਸੌਫਟਵੇਅਰ ਉਹ ਹੁੰਦੇ ਜਿਵੇਂ ਕਿ MS ਆਫਿਸ ਹੋ ਗਿਆ, MS ਵਾਰਡ ਹੋ ਗਿਆ, MS ਪਾਵਰ ਪੁਆਇੰਟ ਹੋ ਗਿਆ, MS ਐਕਸੈਸ ਹੋ ਗਿਆ, ਇਹ ਸਾਰੇ ਕੀ ਹੈ ਐਪਲੀਕੇਸ਼ਨ ਸੌਫਟਵੇਅਰ। ਯੂਟੀਲਿਟੀ ਸੌਫਟਵੇਅਰ ਕਿਹੜੇ ਹੁੰਦੇ, ਯੂਟੀਲਿਟੀ ਸੌਫਟਵੇਅਰ ਉਹ ਹੁੰਦੇ ਜਿਹੜੇ ਕੰਪਿਊਟਰ ਦੇ ਵਿੱਚੋਂ ਐਂਟੀਵਾਇਰਸ, ਬੈਕਅਪ, ਠੀਕ ਹੈ, ਇਹ ਸਾਰੀਆਂ ਚੀਜ਼ਾਂ ਕਰਦੇ ਉਹ ਹੁੰਦਾ ਯੂਟੀਲਿਟੀ ਸੌਫਟਵੇਅਰ। ਇਹ ਹੁਣ ਮੋਡਮ ਦਾ ਕੀ ਕੰਮ ਹੈ, ਮੋਡਮ ਬਾਰੇ ਤੁਹਾਨੂੰ ਬਹੁਤ ਕਰਵਾਤਾ ਮੈਂ। ਮੋਡਮ ਆਪਣੇ ਘਰਾਂ ਦੇ ਵਿੱਚ ਜਿਹੜਾ ਆਪਾਂ ਨੈੱਟ ਲਵਾਉਂਦੇ ਹਾਂ ਬਰੋਡਬੈਂਡ, ਉਹਦੇ ਵਿੱਚ ਮੋਡਮ ਦੀ ਵਰਤੋਂ ਕੀਤੀ ਜਾਂਦੀ ਹੈ। ਮੋਡਮ ਦਾ ਮਤਲਬ ਹੈਗਾ ਗਾ ਮੋਡੂਲੇਟਰ ਔਰ ਡੀਮੋਡੂਲੇਟਰ। ਠੀਕ ਹੈ, ਇਹ ਗੱਲ ਯਾਦ ਰੱਖਣੀ, ਮੋਡਮ ਦਾ ਮੁੱਖ ਕੰਮ ਹੈਗਾ। ਅਤੇ ਮੋਡਮ ਦਾ ਕੰਮ ਕੀ ਹੈ, ਇਹਦਾ ਕੰਮ ਹੈਗਾ ਕਨਵਰਟ ਟੂ ਐਨਾਲੋਗ ਟੂ ਡਿਜੀਟਲ ਕੰਪਿਊਟਰ। ਕਹਿੰਦਾ ਮਤਲਬ ਜਿਹੜਾ ਐਨਾਲੋਗ ਸਿਗਨਲ ਆ ਉਹਨੂੰ ਡਿਜੀਟਲ ਦੇ ਵਿੱਚ ਬਦਲਣਾ ਅਤੇ ਡਿਜੀਟਲ ਸਿਗਨਲ ਨੂੰ ਐਨਾਲੋਗ ਦੇ ਵਿੱਚ ਬਦਲਣਾ, ਦੋ ਕੰਮ ਕਰਦਾ ਮੋਡੂਲੇਟਰ। ਐਨਾਲੋਗ ਟੂ ਡਿਜੀਟਲ, ਡਿਜੀਟਲ ਟੂ ਐਨਾਲੋਗ, ਇਹ ਗੱਲ ਯਾਦ ਰੱਖਣੀ, ਇਹ ਕੰਮ ਆ ਭਾਈ ਇਹਦਾ। ਇਸ ਤੋਂ ਬਾਅਦ ਫਾਰਮੈਟ ਕਮਾਂਡ ਆ ਜਿਹੜੀ ਕੀ ਹੈ, ਇਹ ਫਾਰਮੈਟ ਕਰ ਦਿੰਦੀ ਹੈ। ਕਹਿੰਦੇ CPU ਨੂੰ ਫਾਰਮੈਟ ਫਲੋਪੀ ਡਰਾਈਵ ਓਨਲੀ ਸ਼ੁੱਡ ਬੀ ਲੈਫਟ ਟੂ ਰਾਈਟ ਇੰਜ ਯੂਜ਼ ਦਾ ਫਾਰਮੈਟ ਡਿਸਕ ਰਿਸੀਵ ਫਾਈਲ। ਤਾਂ ਇਹਦਾ ਕੰਮ ਹੈਗਾ ਭਾਈ ਫਾਰਮੈਟ ਦਾ, ਫਾਰਮੈਟ ਡਿਸਕ ਰਿਸੀਵ ਫਾਈਲ ਜਿਹੜੀਆਂ ਆਪਣੇ ਕੋਲ ਫਾਈਲਾਂ ਆਈਆਂ ਵੀ ਹੁੰਦੀਆਂ ਉਹਦੇ ਫਾਰਮੈਟ ਡਿਵਾਈਸ ਵਰਤੀ ਜਾਂਦੀ ਹੈ, ਇਹ ਕਰੈਕਟਰ ਵਾਲਾ ਆਪਰੇਸ਼ਨ ਦਾ। ਇਸ ਤੋਂ ਬਾਅਦ ਅਗਲਾ ਕਹਿੰਦੇ ਵਿੱਚ ਕਮਾਂਡ ਕੈਨ ਵੀ ਯੂਜ਼ਰ ਰੀਕ੍ਰੀਏਟ ਦਾ ਡਿਸਕ ਟਰੈਕ ਦਾ ਦੁਬਾਰਾ ਨਿਰਮਾਣ ਕਰਨ ਲਈ ਕਿਸ ਕਮਾਂਡ ਦੀ ਵਰਤੋਂ ਕੀਤੀ ਹੈ। ਡਿਸਕ ਟਰੈਕ ਦੇ ਵਿੱਚ ਦੁਬਾਰੇ ਕਹਿੰਦੇ ਆਪਾਂ ਟਰੈਕ ਦਾ ਨਿਰਮਾਣ ਕਰਨਾ ਗਾ, ਡਿਸਕ ਦੇ ਵਿੱਚ ਟਰੈਕ ਦਾ ਨਿਰਮਾਣ ਕਰਨਾ, ਉਹਦੀ ਕਿਹੜੀ ਕਮਾਂਡ ਵਰਤੀ ਜਾਊਗੀ, ਐਪ ਡਿਸਕ ਫਾਰਮੈਟ ਕੰਟਰੋਲ ਡਿਸਕ ਕਿ ATRI ਵੀ। ਤਾਂ ਇਹਦੇ ਵਾਸਤੇ ਵਰਤੀ ਜਾਊ ਭਾਈ ਆਪਣੀ B ਨੰਬਰ ਆਪਸ਼ਨ। ਠੀਕ ਹੈ, ਫਾਰਮੈਟ ਡਿਵਾਈਸ ਵਰਤੀ ਜਾਊਗੀ ਜੇ ਆਪਾਂ ਡਿਸਕ ਟਰੈਕ ਦੇ ਵਿੱਚ ਦੁਬਾਰਾ ਕਮਾਂਡ ਕਰਨੀ ਹੈ। ਇਹਨਾਂ ਵਿੱਚੋਂ ਕਿਹੜੀ ਸਭ ਤੋਂ ਸਸਤੀ ਮੈਮਰੀ ਹੈ, ਸੈਮੀਕੰਡਕਟਰ ਮੈਮਰੀ, ਮੈਗਨੈਟਿਕ ਮੈਮਰੀ, ਮੈਗਨੈਟਿਕ ਡਿਸਕ, CD। ਇਹਨਾਂ ਦੇ ਵਿੱਚ ਸਭ ਤੋਂ ਸਸਤੀ ਮੈਮਰੀ ਕਿਹੜੀ ਹੈ, ਸਸਤੀ ਮੈਮਰੀ ਤੁਹਾਨੂੰ ਪਤਾ ਹੀ ਹੈ ਸਭ ਤੋਂ ਸਸਤੀ ਹੁੰਦੀ ਹੈ CD ਦੀ ਮੈਮਰੀ ਹੁੰਦੀ ਕਿੰਨੀ ਹੁੰਦੀ ਹੈ 700 MB। ਇਹਨੂੰ ਆਪਾਂ ਕਹਿੰਦੇ ਹਾਂ ਕੰਪੈਕਟ ਡਿਸਕ, ਇਹਨੂੰ ਆਪਾਂ ਕਹਿੰਦੇ ਹਾਂ ਕੰਪੈਕਟ ਡਿਸਕ। ਕਿਹਨੂੰ, CD ਨੂੰ 700 MB ਭਾਈ ਇਹਦੀ ਮੈਮਰੀ ਹੁੰਦੀ ਹੈ। ਸਭ ਤੋਂ ਸਸਤੀ ਮੈਮਰੀ ਆਪਣੀ CD ਹੁੰਦੀ ਹੈ ਕਿਉਂਕਿ 20 ਰੁਪਏ ਦੀ ਡਿਸਕ ਮਿਲ ਜਾਂਦੀ ਇਹਦੀ, ਆਪਾਂ ਜੇ ਬਾਜ਼ਾਰ ਤੋਂ ਲੈਣੇ 10-20 ਰੁਪਏ ਦੀ ਡਿਸਕ ਆ ਜਾਂਦੀ ਹੈ ਇਹਦੀ। ਠੀਕ ਹੈ, ਇਸ ਤੋਂ ਬਾਅਦ ਅਗਲਾ ਕਹਿੰਦੇ ਇਹਨਾਂ ਵਿੱਚੋਂ ਕਿਹੜੀ ਮੈਮਰੀ ਬਾਈਨਰੀ ਬਿਟ ਨੂੰ ਸਿੰਗਲ ਸਟੋਰ ਕਰਦੀ ਹੈ, ਕਿਹਨੂੰ ਬਾਈਨਰੀ ਬਿਟ ਨੂੰ ਸਿੰਗਲ ਸਟੋਰ ਕਰਦੀ ਹੈ, ਇਹ ਹੈਗੀ ਆਪਣੀ ਫਲਿੱਪ ਫਲੋਪ ਮੈਮਰੀ। ਇੱਕ ਤੁਹਾਨੂੰ ਮੈਂ ਕਰਵਾ ਕੇ ਗਿਆ ਸੀ ਫਲਿੱਪ ਫਲੋਪ ਮੈਮਰੀ ਦਾ ਇੱਕ ਨਾਮ ਤੁਹਾਨੂੰ ਮੈਂ ਹੋਰ ਦੱਸਿਆ ਸੀ ਪੁੱਤਰੋ, ਜਿਹੜੇ ਬੱਚੇ ਨੇ ਦੱਸਤਾ ਸਮਝ ਲਓ ਬੈਸਟ ਆ ਬੱਚਾ, ਬੈਸਟ ਆ ਤੁਸੀਂ ਸਾਰੇ ਹੋ, ਪਰ ਉਹ ਬੱਚਾ ਪਲੱਸ ਆ ਤੁਹਾਡੇ ਸਾਰਿਆਂ ਨਾਲੋਂ। ਜਿਹੜੇ ਬੱਚੇ ਦੱਸਦੇ ਕਿ ਫਲਿੱਪ ਫਲੋਪ ਮੈਮਰੀ ਦਾ ਦੂਸਰਾ ਨਾਮ ਕੀ ਹੈ, ਕਰਵਾ ਕੇ ਗਿਆ ਚੰਗੀ ਤਰ੍ਹਾਂ ਨਾਲ ਮੈਂ। ਠੀਕ ਹੈ, ਦੱਸਿਓ ਮੈਨੂੰ ਜ਼ਰੂਰ ਕਮੈਂਟਾਂ ਦੇ ਵਿੱਚ। ਇਸ ਤੋਂ ਬਾਅਦ ਅਗਲਾ ਕਹਿੰਦੇ ਜਿਹੜੀ MS ਐਕਸਲ ਹੁੰਦਾ ਉਹਦੀ ਫਾਈਲ ਦੀ ਪਛਾਣ ਕਿੱਥੋਂ ਹੁੰਦੀ ਹੈ ਆਪਾਂ ਨੂੰ, ਐਕਸਟੈਂਸ਼ਨ। ਜਿਵੇਂ ਡੌਸ ਦੀ ਫਾਈਲ ਤਾਂ ਆਪਾਂ ਨੂੰ ਇਹ ਤੋਂ ਪਤਾ ਲੱਗ ਜੂ ਬਈ ਇਹ MS ਵਰਡ ਦੀ ਫਾਈਲ ਹੈ ਕਿਉਂਕਿ ਇਹ ਜਿਵੇਂ ਡੌਸ ਲਿਖਿਆ ਹੋਇਆ ਹੈ। ਜੇ ਡੌਸ ਨਾਲ ਐਕਸ ਲਿਖਤਾ ਇਹ ਵੀ ਆਪਾਂ ਨੂੰ ਪਤਾ ਲੱਗ ਜੂ ਵੀ 2007 ਤੋਂ ਬਾਅਦ ਦਾ ਜਿਹੜਾ ਵਰਜਨ ਹੈ ਉਹਦੇ ਵਿੱਚ ਉਹਦਾ ਇਹ ਡਾਕੂਮੈਂਟ ਹੈ, ਤਾਂ ਕਰਕੇ ਡੌਸ ਐਕਸ ਆਇਆ। ਜੇ PPT ਹੈ ਉਹ ਤੋਂ ਵੀ ਆਪਾਂ ਨੂੰ ਪਤਾ ਲੱਗ ਜੂ, ਜਿਹਦੇ ਮਗਰ PPT ਲੱਗਦਾ ਭਾਈ ਇਹ MS ਪਾਵਰ ਪੁਆਇੰਟ ਦੀ ਫਾਈਲ ਹੈ। ਜੇ ਉਹਦੇ ਮਗਰ ਲੱਗਦਾ PPT X ਤਾਂ ਆਪਾਂ ਨੂੰ ਇਹ ਪਤਾ ਲੱਗ ਜੂ ਕਿ 2007 ਤੋਂ ਬਾਅਦ ਜਿਹੜਾ MS ਪਾਵਰ ਪੁਆਇੰਟ ਦਾ ਵਰਜਨ ਹੈ ਉਹਦੀ ਫਾਈਲ ਹੈ। ਤਾਂ ਇਹ ਪੁੱਛਦਾ ਕਹਿੰਦੇ ਐਕਸਲ ਦੀ ਫਾਈਲ ਦੀ ਆਪਾਂ ਨੂੰ ਕਿੱਥੋਂ ਪਤਾ ਲੱਗੂਗਾ ਐਕਸਲ ਦੀ ਫਾਈਲ ਆ ਇਹ, ਕਹਿੰਦੇ ਆਹ ਐਕਸਟੈਂਸ਼ਨ ਆਹ ਕਿ 4 ਨੰਬਰ ਹੈ। ਤਾਂ ਇਹਦੀ ਭਾਈ ਆਨਸਰ ਹੈਗਾ A ਨੰਬਰ ਆਪਸ਼ਨ। ਜਿਹੜੀ ਵੀ ਆਪਾਂ MS ਐਕਸਲ ਦੇ ਵਿੱਚ ਆਪਾਂ ਸਪਰੈਡਸ਼ੀਟ ਬਣਾਉਣੇ ਆ, ਠੀਕ ਹੈ, ਤਾਂ ਇਹ ਆ ਜਾਊਗਾ ਆਪਸ਼ਨ ਨੰਬਰ A ਦਾ ਬਿਲਕੁਲ ਸਹੀ ਆਨਸਰ ਹੈ। ਇਸ ਤੋਂ ਬਾਅਦ ਇਹਨਾਂ ਵਿੱਚੋਂ ਕਿਹੜਾ MS ਆਫਿਸ ਦੇ ਵਿੱਚ ਵਰਡ ਪ੍ਰੋਸੈਸਰ ਦਾ ਕੰਮ ਕਰਦਾ ਹੈ, ਕਿਹੜਾ ਇਹਨਾਂ ਦੇ ਵਿੱਚੋਂ MS ਆਫਿਸ ਦੇ ਵਿੱਚ ਵਰਡ ਪ੍ਰੋਸੈਸਰ ਦਾ ਕੰਮ ਕਰਦਾ ਗਾ। ਕਹਿੰਦੇ ਵਰਡ ਸਟਾਰ, ਵਰਡ ਪੈਡ, ਵਰਡ ਕਿ MS ਆਫਿਸ ਦੇ ਵਿੱਚ ਵਰਡ ਪ੍ਰੋਸੈਸਰ ਦਾ ਕੰਮ ਕੌਣ ਕਰੂਗਾ, MS ਵਰਡ ਹੀ ਕਰੂਗਾ ਪੁੱਤ, ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ। ਵਰਡ ਪ੍ਰੋਸੈਸਰ ਦਾ ਕੰਮ ਇਹੀ ਕਰੂਗਾ, ਡਾਕੂਮੈਂਟ ਵੀ ਇਹੀ ਬਣਾਊਗਾ ਕਿਉਂਕਿ ਨਾ ਹੀ MS ਵਰਡ ਹੈਗਾ।
C ਨੰਬਰ ਆਪਸ਼ਨ। ਇਹਨਾਂ ਦੇ ਵਿੱਚੋਂ ਕਿਹੜਾ ਲੌਜਿਕ ਗੇਟ ਨਹੀਂ ਹੈਗਾ। ਇਹ ਗੇਟ ਦਾ ਜਿਹੜਾ ਸਿਸਟਮ ਹੈ ਨਾ, ਇਹ ਮਤਲਬ ਬਿਜਲੀ ਬੋਰਡ ਦੇ ਵਿੱਚ ਜਿਹੜੇ ਬੱਚੇ ਕਰਦੇ ਆ ਤਿਆਰੀ, ਕੋਈ ਇਲੈਕਟਰੀਕਲ ਟ੍ਰੇਡ ਦੇ ਵਿੱਚ ਹੈ, ਠੀਕ ਹੈ, ਉਹਨਾਂ ਵਾਸਤੇ ਹੁੰਦੇ ਆ ਇਹ ਜਿਹੜੇ, ਜਾਂ ਫਿਜ਼ਿਕਸ ਦੇ ਖੇਤਰ ਦੇ ਵਿੱਚ ਕੋਈ ਬੱਚਾ, ਉਹਨਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਗੇਟ, ਐਂਡ ਗੇਟ, ਔਰ ਗੇਟ ਕਿਹੜੇ ਕਿਹੜੇ ਹੁੰਦੇ ਆ। ਇਹਨਾਂ ਪੁੱਛਿਆ ਕਿ ਕਿਹੜਾ ਗੇਟ ਨਹੀਂ ਹੈਗਾ ਇਹਨਾਂ ਦੇ ਵਿੱਚੋਂ। ਦੇਖੋ ਐਂਡ ਗੇਟ ਵੀ ਹੁੰਦਾ, ਔਰ ਗੇਟ ਵੀ ਹੁੰਦਾ, ਨੋਟ ਗੇਟ ਵੀ ਹੁੰਦਾ। ਇਹਦੇ ਕਨਸੈਪਟ ਬਹੁਤ ਵੱਡੇ ਫਿਜ਼ਿਕਸ ਦੇ ਵਿੱਚ। ਤੁਸੀਂ ਇਹ ਯਾਦ ਕਰ ਲਓ, ਐਂਡ ਗੇਟ ਹੁੰਦਾ ਇੱਕ ਔਰ ਗੇਟ ਹੁੰਦਾ, ਇੱਕ ਨੋਟ ਗੇਟ ਹੁੰਦਾ, ਪਰ NAT ਨਾਂ ਦਾ ਕੋਈ ਵੀ ਗੇਟ ਨਹੀਂ ਹੁੰਦਾ, ਠੀਕ ਹੈ। ਆਪਸ਼ਨ ਡੀ ਜਿਹੜਾ ਸਹੀ ਆਨਸਰ ਹੈ ਕਿ ਇਹਨਾਂ ਦੇ ਵਿੱਚੋਂ ਇਹ ਗੇਟ ਨਹੀਂ ਹੈਗਾ। ਐਂਡ ਔਰ ਨੋਟ ਇਹ ਗੇਟ ਹੁੰਦੇ ਆ। ਇਹ ਫਿਜ਼ਿਕਸ ਦੇ ਖੇਤਰ ਵਿੱਚ ਜਿਹੜੇ ਬੱਚੇ ਇਲੈਕਟਰੀਕਲ ਕਰ ਰਹੇ ਹੈਗੇ ਬਿਜਲੀ ਬੋਰਡ ਦੇ ਵਿੱਚ, ਜਾਂ ਥੋੜੀ ਕਿਸੇ ਦੀ ਕਰੀ ਵੀ ਹੋਊ, ਉਹਨੂੰ ਇਹ ਚੀਜ਼ ਬਾਰੇ ਪਤਾ ਹੋਊਗਾ। ਇਸ ਤੋਂ ਬਾਅਦ ਅਗਲਾ ਕਹਿੰਦੇ ਹਾਰਡਵੇਅਰ ਅਤੇ ਯੂਜ਼ਰ। ਦੇਖੋ ਆਹ ਤਾਂ ਹੋ ਗਿਆ ਹਾਰਡਵੇਅਰ। ਹਾਰਡਵੇਅਰ ਕਿਹੜੇ ਹੁੰਦੇ ਆ ਜਿਹਨਾਂ ਨੂੰ ਆਪਾਂ ਛੂਹ ਸਕਦੇ ਹਾਂ, ਜਿਵੇਂ ਕਿ ਕੀਬੋਰਡ ਹੋ ਗਿਆ। ਇਹ ਤੋਂ ਬਾਅਦ ਹੋ ਗਿਆ ਕੰਪਿਊਟਰ। ਇਹ ਤੋਂ ਬਾਅਦ ਹੋ ਗਿਆ ਆਪਾਂ ਯੂਜ਼ਰ। ਇਹ ਤੋਂ ਬਾਅਦ ਯੂਜ਼ਰ ਆਪਾਂ ਹੋ ਗਏ। ਹਾਰਡਵੇਅਰ ਤੋਂ ਆਪਾਂ ਚੀਜ਼ ਯੂਜ਼ ਕਰ ਰਹੇ ਹਾਂ। ਇਹ ਤੋਂ ਬਾਅਦ ਕਿਹੜੀ ਚੀਜ਼ ਚੱਲੂਗੀ ਕਹਿੰਦੇ ਤੀਜੇ, ਕਿਹੜੀ ਪਰਤ ਵਿਚਾਲੇ ਕੰਮ ਕਰਦੀ ਹੈ ਫਿਰ ਇਹਨਾਂ ਦੋਨਾਂ ਦੇ। ਇਹਦੇ ਵਿਚਾਲੇ ਕੰਮ ਕਰੂਗਾ ਭਾਈ ਆਪਣਾ A ਨੰਬਰ ਆਪਸ਼ਨ, ਆਪਰੇਟਿੰਗ ਸਿਸਟਮ। ਦੇਖੋ ਜੇ ਆਪਾਂ ਹਾਰਡਵੇਅਰ ਤੋਂ ਕੋਈ ਚੀਜ਼ ਕੰਪਿਊਟਰ ਦੇ ਵਿੱਚ ਪਾਵਾਂਗੇ, ਕੰਪਿਊਟਰ ਨੂੰ ਕੌਣ ਚਲਾਉਂਦਾ, ਕੰਪਿਊਟਰ ਨੂੰ ਕੌਣ ਆਪਰੇਟ ਕਰਦਾ ਗਾ, ਆਪਰੇਟਿੰਗ ਸਿਸਟਮ। ਜੇਕਰ ਆਪਰੇਟਿੰਗ ਸਿਸਟਮ ਨਹੀਂ ਹੈਗਾ, ਕੰਪਿਊਟਰ ਨੂੰ ਆਪਰੇਟ ਕੌਣ ਕਰੂਗਾ, ਫਿਰ ਤਾਂ ਕੰਪਿਊਟਰ ਇੱਕ ਖੋਖਾ ਗਾ, ਠੀਕ ਹੈ। WhatsApp ਚਲਾਉਣਾ, ਸਾਰਾ ਕੁਝ ਚਲਾਉਣਾ ਆਪਣਾ ਆਪਰੇਟਿੰਗ ਸਿਸਟਮ ਚਲਾਉਂਦਾ ਮੋਬਾਈਲ ਦੇ ਵਿੱਚ। ਜਿਵੇਂ ਆਪਣੇ ਐਂਡਰੋਇਡ ਆ ਮੋਬਾਈਲ ਦੇ ਵਿੱਚ ਆਪਰੇਟਿੰਗ ਸਿਸਟਮ, ਜਾਂ ਆਈਫੋਨ ਦੇ ਵਿੱਚ iOS ਹੁੰਦਾ, ਉਹ ਚੱਕਰ ਹੈ ਸਾਰਾ ਇਹ, ਠੀਕ ਹੈ। ਤਾਂ ਹਾਰਡਵੇਅਰ ਅਤੇ ਯੂਜ਼ਰ ਆਪਾਂ ਹਾਰਡਵੇਅਰ ਉਹ ਹੁੰਦਾ ਜਦੋਂ ਆਪਾਂ ਚੀਜ਼ ਨੂੰ ਛੂਹ ਸਕਦੇ ਹਾਂ, ਜਿਵੇਂ ਕੀਬੋਰਡ ਹੋ ਗਿਆ, ਉਹਦੇ ਵਿਚਕਾਰੇ ਜਿਹੜਾ ਸੰਬੰਧ ਸਥਾਪਿਤ ਕਰਦਾ ਉਹ ਕਰਦਾ ਆਪਣਾ ਆਪਰੇਟਿੰਗ ਸਿਸਟਮ। OSI ਦੀ ਤੀਸਰੀ ਲੇਅਰ ਕਿਹੜੀ ਹੁੰਦੀ ਆ, ਆ ਜਾਓ ਭਾਈ ਇਹ ਵੀ ਕਰਵਾ ਕੇ ਗਿਆ ਡਿਟੇਲ ਦੇ ਵਿੱਚ ਚੰਗੀ ਤਰ੍ਹਾਂ। ਪਹਿਲੀ ਤਾਂ ਤੁਹਾਨੂੰ ਐਂਡ ਵਾਲੀ ਤਾਂ ਮੈਂ ਕਰਵਾ ਗਿਆ ਸੀ। ਪਹਿਲੀ ਤਾਂ ਹੁੰਦੀ ਆਪਣੀ ਫਿਜ਼ੀਕਲ ਲੇਅਰ, ਐਂਡ ਵਾਲੀ ਕਿਹੜੀ ਹੁੰਦੀ ਆਪਣੀ ਐਪਲੀਕੇਸ਼ਨ ਲੇਅਰ। ਦੂਸਰੀ ਹੁੰਦੀ ਆਪਣੀ ਡਾਟਾ ਲਿੰਕ ਲੇਅਰ। ਤੀਸਰੀ ਕਿਹੜੀ ਹੁੰਦੀ ਹੈ ਆਪਣੀ ਨੈਟਵਰਕ ਲੇਅਰ, ਠੀਕ ਹੈ। ਤੁਹਾਨੂੰ ਕਰਵਾ ਕੇ ਗਿਆ ਮੈਂ ਤਾਂ ਤੀਸਰੀ ਪਈ ਹੈਗੀ ਆਪਣੀ ਨੈਟਵਰਕ ਲੇਅਰ। ਇਹ ਗੱਲ ਯਾਦ ਰੱਖਣੀ ਹੈ, ਓਕੇ ਮੇਰੇ ਦੋਸਤੋ। ਇਹ ਤੋਂ ਬਾਅਦ ਚੱਲਦੇ ਆਪਾਂ ਅਗਲੇ 'ਤੇ। ਓਪਨ ਸੋਰਸ ਇੰਟਰਚੇਂਜ ਦੀ ਇੰਟਰਕਨੈਕਟ, ਓਪਨ ਸੋਰਸ ਇੰਟਰਕਨੈਕਸ਼ਨ, ਇਹਦੀ ਕੀ ਹੈ ਫੁੱਲ ਫਾਰਮ ਹੈ, ਇਹ ਗੱਲ ਯਾਦ ਰੱਖਣੀ ਹੈ। ਆਪਰੇਟਿੰਗ ਸਿਸਟਮ ਦਾ ਪ੍ਰਾਇਮਰੀ ਸਿਸਟਮ ਕਿਹੜਾ ਹੁੰਦਾ ਹੈ, ਟੂ ਮੇਕ ਦਾ ਮੋਸਟ ਐਫੀਸ਼ੀਐਂਟ ਯੂਜ਼ ਦਾ ਕੰਪਿਊਟਰ ਹਾਰਡਵੇਅਰ ਟੂ ਅਲਾਓ ਦਾ ਪੀਪਲ ਟੂ ਯੂਜ਼ ਦਾ ਕੰਪਿਊਟਰ। ਜਿਹੜੇ ਆਪਰੇਟਿੰਗ ਸਿਸਟਮ ਹੁੰਦੇ ਨਾ, ਪ੍ਰਾਇਮਰੀ ਸਿਸਟਮ ਕੀ ਹੈ ਕਹਿੰਦੇ, ਇਹਦਾ ਪ੍ਰਾਇਮਰੀ ਸਿਸਟਮ ਹੈਗਾ ਭਾਈ A ਨੰਬਰ ਆਪਸ਼ਨ। ਕੀ ਇਹਦੇ ਵਿੱਚ ਕਿ ਟੂ ਮੇਕ ਦਾ ਮੋਸਟ ਐਫੀਸ਼ੀਐਂਟ ਯੂਜ਼ ਦਾ ਕੰਪਿਊਟਰ ਹਾਰਡਵੇਅਰ, ਕਿ ਆਪਾਂ ਕੰਪਿਊਟਰ ਦਾ ਮੋਸਟ ਐਫੀਸ਼ੀਐਂਟ ਯੂਜ਼ ਕਰਦੇ ਹਾਂ ਕੰਪਿਊਟਰ ਨਾਲ ਹਾਰਡਵੇਅਰ ਡਿਵਾਈਸਾਂ ਦਾ ਯੂਜ਼ ਕਰਕੇ, ਠੀਕ ਹੈ। ਇਸ ਤੋਂ ਬਾਅਦ ਅੱਗੇ ਇਹਨਾਂ ਵਿੱਚੋਂ ਕਿਹੜਾ ਇੰਟਰਫੇਸ ਨੂੰ ਦੂਸਰੇ ਇੰਟਰਫੇਸ ਦੇ ਵਿੱਚ ਬਦਲ, ਕਿਹੜਾ ਇੱਕ ਇੰਟਰਫੇਸ ਨੂੰ ਦੂਸਰੇ ਇੰਟਰਫੇਸ ਦੇ ਵਿੱਚ ਬਦਲ ਦਿੰਦਾ ਗਾ। ਇਹ ਕਿਹੜਾ ਬਦਲਦਾ ਭਾਈ, ਕਿਹੜੇ ਪ੍ਰੋਗਰਾਮ ਬਦਲਦਾ, ਸੌਫਟਵੇਅਰ ਬਦਲਦਾ, ਡਾਟਾ ਬਦਲਦਾ ਕਿ ਨਨ ਬਦਲਦਾ। ਤਾਂ ਇੱਕ ਸੌਫਟਵੇਅਰ ਤੋਂ ਇੱਕ ਇੰਟਰਫੇਸ ਤੋਂ ਦੂਸਰੇ ਇੰਟਰਫੇਸ ਦੇ ਵਿੱਚ ਕਿਸੇ ਚੀਜ਼ ਨੂੰ ਚੇਂਜ ਕਰਨ ਨੂੰ ਸੌਫਟਵੇਅਰ ਕੰਮ ਕਰਦਾ ਗਾ। ਇਹ ਗੱਲ ਯਾਦ ਰੱਖਣੀ। B ਨੰਬਰ ਆਪਸ਼ਨ ਦਾ ਬਿਲਕੁਲ ਸਹੀ ਆਨਸਰ ਹੈ। ਇਹਨਾਂ ਦੇ ਵਿੱਚੋਂ ਕਿਹੜੀ ਇੱਕ ਬੱਸ ਨਹੀਂ ਹੈਗੀ, ਇਹ ਤੁਹਾਨੂੰ ਕਰਵਾਇਆ ਗਾ ਸੀਰੀਅਲ ਬੱਸ, ਪੈਰਲਲ ਬੱਸ, ਇਹ ਕਰਵਾ ਕੇ ਗਿਆ ਵਾ ਤੁਹਾਨੂੰ। ਜਿਹੜੀ ਸੀਰੀਅਲ ਬੱਸ ਹੁੰਦੀ ਹੈ ਇਹ ਤਾਂ ਕਰਦੀ ਹੈ ਬਿਟ ਦੇ ਵਿੱਚ ਸੈਂਡ, ਇਹ ਕਰਦਾ ਪੈਰਲਲ ਡਿਵਾਈਸ ਕਰਦੀ ਹੈ ਗਰੁੱਪ ਆਫ ਬਿਟਸ ਦੇ ਵਿੱਚ ਡਾਟਾ ਸੈਂਡ ਕਰਦੀ ਹੈ, ਇਹ ਇੱਕ ਸਿੰਗਲ ਬਿਟ ਦੇ ਵਿੱਚ ਡਾਟਾ ਸੈਂਡ ਕਰਦੀ ਹੈ। ਸੀਰੀਅਲ ਬੱਸ ਅਤੇ ਪੈਰਲਲ ਬੱਸ ਇਹ ਦੋ ਕਿਸਮਾਂ ਦੀਆਂ ਹੁੰਦੀਆਂ। ਅਤੇ ਹੋਰ ਵੀ ਬੱਸਾਂ ਕਈ ਹੁੰਦੀਆਂ ਗਈਆਂ, ਇਹਨਾਂ 'ਚ ਕਿਹੜੀ ਇੱਕ ਬੱਸ ਨਹੀਂ ਹੈ। ਡਾਟਾ ਬੱਸ ਵੀ ਇੱਕ ਬੱਸ ਹੈ, ਐਡਰੈਸ ਬੱਸ ਵੀ ਹੈਗੀ ਹੈ, ਸੌਫਟਵੇਅਰ ਬੱਸ ਵੀ ਹੈਗੀ ਹੈ, ਪਰ ਕੰਟਰੋਲ ਬੱਸ ਇਹੋ ਜਿਹੀ ਕੋਈ ਬੱਸ ਨਹੀਂ ਜਿਹੜੀ ਮੈਂ ਅੱਜ ਤੱਕ ਸੁਣੀ ਹੋਵੇ। ਕੰਟਰੋਲ ਯੂਨਿਟ ਦਾ ਜ਼ਰੂਰ ਸੁਣਿਆ ਗਾ, ਠੀਕ ਹੈ। ਇੱਕ ਗੱਲ ਹੋਰ ਸੁਣ ਲਓ, ਕੰਪਿਊਟਰ ਦੇ ਆਪਣੇ 3 ਪਾਰਟ ਹੁੰਦੇ ਆ, CPU, MU ਅਤੇ ALU। ਕੰਪਿਊਟਰ ਦੇ ਵਿੱਚ ਜੋੜ, ਘਟਾਓ, ਗੁਣਾ, ਭਾਗ, ਇਹ ਚਾਰੇ ਚੀਜ਼ਾਂ ਜਦੋਂ ਵੀ ਆਪਾਂ ਕਰਨੀਆਂ ਤਾਂ ਇਹਦੇ ਵਿੱਚ ALU ਦੀ ਵਰਤੋਂ ਹੋਊਗੀ। ਜਿਹੜਾ ਆਪਣੇ ਕੰਪਿਊਟਰ ਨੂੰ ਕੰਟਰੋਲ ਕਰਦਾ ਉਹਦੇ ਵਾਸਤੇ ਕੰਟਰੋਲ ਯੂਨਿਟ ਵਰਤਿਆ ਜਾਊਗਾ। ਜਿਹੜੇ ਆਪਣੇ ਮੋਬਾਈਲ ਦੀ ਮੈਮਰੀ ਦਾ ਸਾਰਾ ਸਿਸਟਮ ਹੁੰਦਾ ਉਹਨੂੰ ਆਪਾਂ ਮੈਮਰੀ ਯੂਨਿਟ ਕਹਾਂਗੇ। ਇਸ ਵਾਰ ਪੇਪਰ ਵਿੱਚ ਕੀ ਹੋਇਆ ਸੀ ਨਾ, ਇਹ ਪੁੱਛ ਲਿਆ ਸੀ ਆਪਾਂ ਜਿਹੜੀ ਜੋੜ ਘਟਾਓ ਕਰਦੇ ਹੋ ਕਾਹਦੇ ਵਿੱਚ ਕਰਦੇ ਆ। ਤਾਂ ਜੇਕਰ ਉੱਥੇ ਤੁਹਾਨੂੰ CPU ਆਪਸ਼ਨ ਮਿਲ ਗਿਆ, ALU ਦਾ ਪਿਆ, ਫਿਰ ਤੁਸੀਂ LU ਹੀ ਲਾਉਣੀ ਹੈ। ਜੇ LU ਕਿਸੇ ਹਿਸਾਬ ਤੋਂ ਨਹੀਂ ਹੈ ਤਾਂ CPU ਲਾ ਕੇ ਆ ਜਾਓ, ਠੀਕ ਹੈ। ਹੋਰ ਕਿਸੇ ਚੀਜ਼ ਦਾ ਪੰਗਾ ਨਹੀਂ ਲੈਣਾ। ਅਤੇ ਇਹਦਾ ਆਨਸਰ 34 ਮੇਰਾ C ਨੰਬਰ ਆਪਸ਼ਨ ਹੈਗਾ। ਇਸ ਤੋਂ ਬਾਅਦ ਅਗਲਾ ਕਿਹੜੇ ਇੱਕ ਡਾਟਾ ਜਿਹਨੂੰ ਦੀ ਮਹੱਤਵਪੂਰਨ ਤਰੀਕੇ ਨਾਲ ਸਟੋਰ ਕਰਕੇ ਰੱਖਿਆ ਹੈ, ਉਸ ਡਾਟਾ ਨੂੰ ਆਪਾਂ ਕੀ ਪ੍ਰਦਰਸ਼ਿਤ ਕਰਦੇ ਹਾਂ। ਮਤਲਬ ਕੋਈ ਡਾਟਾ ਰੱਖ ਲਿਆ ਕੰਪਿਊਟਰ ਦੇ ਵਿੱਚ, ਆਪਾਂ ਡਾਟਾ ਕਾਹਦੇ ਵਾਸਤੇ ਰੱਖਿਆ, ਉਹ ਪ੍ਰੋਸੈਸ ਵਾਸਤੇ ਰੱਖਿਆ, ਸਟੋਰੇਜ ਵਾਸਤੇ ਹੀ ਰੱਖ ਲਿਆ, ਬਸ ਇਕੱਲਾ ਨਨ ਉਹਦੀ ਤਾਂ ਇਨਫੋਰਮੇਸ਼ਨ ਵਾਸਤੇ ਰੱਖਿਆ। ਤਾਂ ਆਪਾਂ ਕੋਈ ਵੀ ਡਾਟਾ ਕੰਪਿਊਟਰ ਦੇ ਵਿੱਚ ਰੱਖਿਆ ਸਟੋਰ ਕਰਕੇ, ਉਹ ਆਪਾਂ ਇਨਫੋਰਮੇਸ਼ਨ ਵਾਸਤੇ ਰੱਖਿਆ ਪੁੱਤਰੋ, ਓਕੇ।
ਉਹਦੀ ਜਾਣਕਾਰੀ ਲੈਣ ਵਾਸਤੇ। ਇਸ ਤੋਂ ਬਾਅਦ ਕੰਪਿਊਟਰ ਕਿਸ ਭਾਸ਼ਾ ਦਾ ਪ੍ਰਯੋਗ ਕਰਕੇ ਡਾਟਾ ਨੂੰ ਪ੍ਰੋਸੈਸ ਕਰਦਾ ਹੈ। ਤਾਂ ਕੰਪਿਊਟਰ ਤੁਹਾਨੂੰ ਹੁਣ ਤੱਕ ਬਹੁਤ ਵਾਰੀ ਸਮਝਾਇਆ ਕਿ ਕੰਪਿਊਟਰ ਭਾਈ ਬਾਈਨਰੀ ਯੂਜ਼ ਕਰਦਾ, ਕਿਲੋ ਬਾੜ ਕੇ ਬਿੱਟ ਕੇ ਕੋਈ ਨਹੀਂ। ਤਾਂ ਜਿਹੜਾ ਕੰਪਿਊਟਰ ਆ ਇਹ ਪ੍ਰੋਸੈਸ ਕਰਨ ਲਈ ਬਾਈਨਰੀ ਭਾਸ਼ਾ ਦਾ ਯੂਜ਼ ਕਰਦਾ ਗਾ। ਇਹ ਗੱਲ ਯਾਦ ਰੱਖਣੀ। ਵੈਨਿਊ ਲੈਂਗੁਏਜ ਦੇ ਵਿੱਚ 2 ਅੱਖਰ ਹੁੰਦੇ ਆ, 0 ਅਤੇ 1। 0 ਤੋਂ ਕੋਈ ਚੀਜ਼ ਆਫ ਹੁੰਦੀ ਹੈ ਅਤੇ 1 ਤੋਂ ਕੋਈ ਚੀਜ਼ ਔਨ ਹੁੰਦੀ ਹੈ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਇਹਨਾਂ ਦੇ ਵਿੱਚ ਸਭ ਤੋਂ ਤੇਜ਼ ਅਤੇ ਮਹਿੰਗੇ ਕੰਪਿਊਟਰ ਕਿਹੜੇ ਹਨ? ਕਹਿੰਦੇ ਲੈਪਟਾਪ ਸਭ ਤੋਂ ਤੇਜ਼ ਅਤੇ ਮਹਿੰਗੇ ਆ, ਸੁਪਰ ਕੰਪਿਊਟਰ ਅਤੇ ਮਿਨੀ ਕੰਪਿਊਟਰ ਨਨ। ਤਾਂ ਸਭ ਤੋਂ ਇੰਪੋਰਟੈਂਟ ਹੈਗਾ ਭਾਈ ਸੁਪਰ ਕੰਪਿਊਟਰ, ਜਿਹੜੇ ਵੱਡੇ ਵੱਡੇ ਕੰਮਾਂ ਦੇ ਵਿੱਚ ਵਰਤੇ ਜਾਂਦੇ ਆ, ਸਾਇੰਟੀਫਿਕ ਰਿਸਰਚਾਂ ਦੇ ਵਿੱਚ ਵਰਤੇ ਜਾਂਦੇ ਆ, ਠੀਕ ਹੈ। ਪੂਰੇ ਵਿਗਿਆਨੀ ਵਰਤਦੇ ਉਹ ਹੁੰਦੇ ਆ ਸੁਪਰ ਕੰਪਿਊਟਰ, ਠੀਕ ਹੈ। ਤਾਂ ਸਭ ਤੋਂ ਮਹਿੰਗੇ ਹੁੰਦੇ ਅਤੇ ਵੱਡੇ ਹੁੰਦੇ ਨਾਲੇ। ਇਸ ਤੋਂ ਬਾਅਦ ਅਗਲਾ ਕਹਿੰਦੇ ਵਰਡ ਪ੍ਰੋਸੈਸਿੰਗ, ਸਪਰੈਡਸ਼ੀਟ ਅਤੇ ਫੋਟੋ ਐਡੀਟਿੰਗ ਕਾਹਦੀ ਐਗਜ਼ਾਮਪਲ ਆ ਇਹ? ਬਹੁਤ ਵਾਰੀ ਕਰਵਾਤਾ ਤੁਹਾਨੂੰ ਮੈਂ, ਪਹਿਲੇ ਦਿਨ ਹੀ ਕਰਵਾਤਾ ਸੀ ਭਾਈ। MS ਆਫਿਸ ਦੇ ਵਿੱਚ 3 ਪਾਰਟ ਆਉਂਦੇ ਆ। MS ਵਰਡ, ਇਹਨੂੰ ਆਪਾਂ ਵਰਡ ਪ੍ਰੋਸੈਸਰ ਕਹਿ ਦਿੰਦੇ ਆ। MS ਐਕਸਲ, ਇਹਨੂੰ ਆਪਾਂ ਸਪਰੈਡਸ਼ੀਟ ਕਹਿ ਦਿੰਦੇ ਆ। ਅਤੇ ਜਿਹੜਾ MS ਪਾਵਰ ਪੁਆਇੰਟ ਹੁੰਦਾ ਇਹ ਵਰਤਿਆ ਜਾਂਦਾ ਪ੍ਰੈਜੈਂਟੇਸ਼ਨ ਵਾਸਤੇ ਜਾਂ ਫੋਟੋ ਐਡੀਟਿੰਗ ਵਾਸਤੇ, ਠੀਕ ਹੈ। ਇਹ ਕੀ ਹੈ ਕਿ ਇਹ ਇੱਕ ਤਿੰਨੇ ਐਪਲੀਕੇਸ਼ਨ ਸੋਫਟਵੇਅਰ ਹੈ, ਯਾਦ ਕਰ ਲਿਓ ਇਹ, ਠੀਕ ਹੈ। ਇਸ ਤੋਂ ਬਾਅਦ CPU ਅਤੇ ਮੈਮਰੀ। ਜਿਹੜਾ CPU ਹੁੰਦਾ ਹੈ ਅਤੇ ਆਪਣੀ ਮੈਮਰੀ ਹੁੰਦੀ ਹੈ, ਕਾਸ 'ਤੇ ਲੱਗੇ ਹੋਏ ਹੁੰਦੇ। ਕਾਸ ਕਿਹੜੀ ਚੀਜ਼ ਨਾਲ ਅਟੈਚ ਹੁੰਦੇ ਆ ਇਹ? ਐਕਸਪਲੇਸ਼ਨ ਬੋਰਡ, ਮਦਰ ਬੋਰਡ, ਸਟੋਰੇਜ ਡਿਵਾਈਸ। ਤਾਂ ਇਹਦਾ ਆਨਸਰ ਹੈਗਾ B ਨੰਬਰ ਆਪਸ਼ਨ, ਕਿ CPU ਦੇ ਵਿੱਚ ਮੈਮਰੀ ਜ਼ੋਨ ਸਾਰਾ ਕੁਝ ਜਿਹੜਾ ਲੱਗਿਆ ਹੁੰਦਾ ਹੈਗਾ ਉਹ ਮਦਰ ਬੋਰਡ 'ਤੇ ਲੱਗਿਆ ਹੁੰਦਾ ਹੈ। ਇਹ ਗੱਲ ਯਾਦ ਰੱਖਣੀ ਹੈ। B ਨੰਬਰ ਆਪਸ਼ਨ ਦਾ ਬਿਲਕੁਲ ਸਹੀ ਆਨਸਰ ਹੈ। ਇਸ ਤੋਂ ਬਾਅਦ ਅਗਲਾ ਕਹਿੰਦੇ ਬਲੂ ਰੇ ਟੈਕਨੋਲੋਜੀ ਕਿਸ ਦੁਆਰਾ ਚਲਾਈ ਗਈ ਸੀ? ਬਲੂ ਰੇ ਦੀਆਂ ਡਿਸਕਾਂ ਆਉਂਦੀਆਂ ਹੁੰਦੀਆਂ, ਸ਼ਾਇਦ 25 GB ਦੀ ਮੈਮਰੀ ਹੁੰਦੀ ਹੈ ਬਲੂ ਰੇ ਡਿਸਕ ਦੀ, ਹਾਂ 25 GB। ਤਾਂ ਇਹ ਕਿਹੜੀ ਕੰਪਨੀ ਨੇ ਬਣਾਈ ਸੀ? ਇਹ ਬਣਾਈ ਸੀ ਭਾਈ ਸੋਨੀ ਕੰਪਨੀ ਨੇ ਬਣਾਈ ਸੀ। ਕਿਹੜੀ? ਬਲੂ ਰੇ। ਇਹ ਸੋਨੀ ਕੰਪਨੀ ਦੀਆਂ ਆਉਂਦੀਆਂ ਹੈਗੀਆਂ ਬਲੂ ਰੇ ਡਿਸਕਾਂ, ਠੀਕ ਹੈ। ਇਹ ਬਹੁਤ ਵੱਡੀ ਮੈਮਰੀ ਹੁੰਦੀ ਹੈ, ਇਹ DVD ਤੋਂ ਵੱਡੀ ਮੈਮਰੀ ਹੁੰਦੀ ਹੈ। ਇਹ ਗੱਲ ਯਾਦ ਰੱਖਣਾ। DVD ਦੀ ਫੁੱਲ ਫਾਰਮ ਕੀ ਹੁੰਦੀ ਦੱਸੋ ਸਾਰੇ ਕਮੈਂਟਾਂ ਦੇ ਵਿੱਚ? ਡਿਜੀਟਲ ਵਰਸਾਟਾਈਲ ਡਿਸਕ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਅਗਲਾ ਕਹਿੰਦੇ ਬੂਟ ਸਟਰੈਪ ਪ੍ਰੋਗਰਾਮ ਇਹਨਾਂ ਵਿੱਚੋਂ ਕਿਸ ਦਾ ਹਿੱਸਾ ਹੈ? ਬੂਟ ਸਟਰੈਪ। ਬੂਟ ਤੋਂ ਤੁਹਾਨੂੰ ਮੈਂ ਯਾਦ ਕਰਾਇਆ ਬੂਟਿੰਗ ਕੀ ਹੁੰਦੀ ਹੈ। ਬੂਟਿੰਗ ਕੀ ਹੁੰਦੀ ਹੈ? ਸਭ ਤੋਂ ਪਹਿਲਾਂ ਬੂਟਿੰਗ ਸਮਝੋ। ਜਦੋਂ ਆਪਾਂ ਕੰਪਿਊਟਰ ਸਟਾਰਟ ਕਰਤਾ, ਜਦੋਂ ਆਪਣਾ ਕੰਪਿਊਟਰ ਆਪਣਾ ਬੰਦ ਪਿਆ, ਤੜਕੇ ਜਾ ਕੇ ਆਪਾਂ ਕੰਪਿਊਟਰ ਸਟਾਰਟ ਕਰਤਾ, ਤਾਂ ਉਹ ਕਿਹੜੀ ਬੂਟਿੰਗ ਹੁੰਦੀ ਹੈ? ਉਹ ਹੁੰਦੀ ਹੈ ਕੋਲਡ ਬੂਟਿੰਗ। ਜਦੋਂ ਆਪਾਂ ਕੰਪਿਊਟਰ ਨੂੰ ਰੀਸਟਾਰਟ ਕਰਤਾ, ਉਹ ਹੁੰਦੀ ਹੈ ਹੌਟ ਬੂਟਿੰਗ ਜਾਂ ਬਰਮ ਬੂਟਿੰਗ। ਹੌਟ ਅਤੇ ਬਰਮ ਦਾ ਸੇਮ ਸਪੈਲਿੰਗ ਹੀ ਹੈ, ਠੀਕ ਹੈ। ਬੂਟਿੰਗ ਦਾ ਕੀ ਕੰਮ ਕਰਨਾ? ਜਦੋਂ ਆਪਾਂ ਕੰਪਿਊਟਰ ਚਲਾ ਲਿਆ ਤਾਂ ਜਿਹੜਾ ਆਪਣਾ ਰੋਮ ਦੇ ਵਿੱਚ ਡਾਟਾ ਪਿਆ ਉਹ ਨਾਲ ਦੇ ਨਾਲ ਰੈਮ 'ਤੇ ਚੜ੍ਹਨ ਲੱਗ ਜੂਗਾ। ਰੋਮ ਦੇ ਵਿੱਚ ਜਿਹੜਾ ਡਾਟਾ ਪਿਆ ਉਹ ਆਪਣਾ ਨਾਲ ਦੇ ਨਾਲ ਰੈਮ 'ਤੇ ਚੜ੍ਹਨ ਲੱਗ ਜੂਗਾ। ਉਹ ਚੀਜ਼ ਨੂੰ ਆਪਾਂ ਕੀ ਕਹਾਂਗੇ? ਬੂਟਿੰਗ। ਇਹ ਗੱਲ ਯਾਦ ਰੱਖਣੀ, ਰੱਟੇ ਲਾ ਲਓ ਇਹ ਚੀਜ਼ਾਂ ਦੇ ਬਸ। ਇਹ ਕੀ ਕਹਿੰਦੇ ਆ? ਬੂਟ ਸਟ੍ਰਿਪ ਕੀ ਹੈ? ਬੂਟ ਸਟ੍ਰਿਪ ਨੂੰ ਤਾਂ ਮਾਰੋ ਗੋਲੀ, ਪਹਿਲਾਂ ਬੂਟ ਚੱਕ ਲਓ। ਬੂਟ ਕੀ ਹੈ? ਕੰਪਿਊਟਰ ਦਾ ਕੰਮ ਸ਼ੁਰੂ ਕਰਨਾ, ਠੀਕ ਹੈ। ਕੰਪਿਊਟਰ ਦੇ ਵਿੱਚ ਕੰਮ ਸ਼ੁਰੂ ਕਰਨ ਤੋਂ ਬਾਅਦ ਬੂਟਿੰਗ ਕਹਿੰਦੇ ਕਿ ਭਾਈ ਆਪਾਂ ਕੰਪਿਊਟਰ ਸਟਾਰਟ ਕਰਤਾ, ਨਾਲ ਦੇ ਨਾਲ ਬੂਟਿੰਗ ਹੋਣ ਲੱਗ ਜਾਂਦੀ ਇਹਦੇ 'ਚ, ਠੀਕ ਹੈ। ਜੇ ਬੰਦ ਕਰ ਦਿਓ ਤਾਂ ਕੋਈ ਬੂਟਿੰਗ ਨਹੀਂ ਹੁੰਦੀ ਇਹਦੇ 'ਚ। ਕੋਲਡ ਬੂਟਿੰਗ, ਹੌਟ ਬੂਟਿੰਗ, ਦੋ ਬੂਟਿੰਗ ਦੀਆਂ ਕਿਸਮਾਂ ਹੈਗੀਆਂ। ਇਸ ਤੋਂ ਬਾਅਦ ਅਗਲਾ ਕਹਿੰਦੇ WW ਵਰਲਡ ਵਾਈਡ ਵੈਬ। ਇਸ ਨੂੰ ਕਿਸ ਨੇ ਬਣਾਇਆ ਸੀ? ਇਸ ਨੂੰ ਬਣਾਇਆ ਸੀ ਟੌਮ ਟਾਈਕ ਟਿਮ ਨੇ। ਤਾਂ ਇਹਨੂੰ ਬਣਾਇਆ ਸੀ D ਨੰਬਰ ਆਪਸ਼ਨ ਨੇ ਬਣਾਇਆ ਸੀ, ਟਿਮ ਨੇ। ਓਕੇ ਜੀ। ਇਸ ਤੋਂ ਬਾਅਦ ਅਗਲਾ ਕਹਿੰਦੇ ਰੀਪਲੇਸ ਕਰਨਾ ਕਿਸੇ ਚੀਜ਼ ਨੂੰ, ਆਪਾਂ ਰੀਪਲੇਸ ਕਰਨਾ ਉਹਦੇ ਵਾਸਤੇ ਸ਼ਾਰਟਕਟ ਕਿਹੜੀ ਹੈ? ਰਿਮੂਵ ਕਰਨਾ ਸਿੱਖੋ ਆਪਸ਼ਨਾਂ ਨੂੰ। ਕੰਟਰੋਲ K ਦੀ ਵਰਤੋਂ ਕੀਤੀ ਜਾਂਦੀ ਹੈ ਹਾਈਪਰ ਲਿੰਕ ਵਾਸਤੇ। H ਦੀ ਵਰਤੋਂ ਕੀਤੀ ਜਾਂਦੀ ਹੈ ਰੀਪਲੇਸ ਵਾਸਤੇ, ਠੀਕ ਹੈ। R ਦੀ ਵਰਤੋਂ ਹਜੇ ਤੱਕ ਮੈਨੂੰ ਪਤਾ ਨਹੀਂ ਕਾਹਦੇ ਵਾਸਤੇ ਕਰੀ ਜਾਂਦੀ ਹੈ, ਰੀਡ ਵਾਸਤੇ ਕਰੀ ਜਾਂਦੀ, ਕਾਹਦੇ ਵਾਸਤੇ ਕਰੀ ਜਾਂਦੀ, ਮੈਂ ਆਪਸ਼ਨ ਦੇਖੀ ਨਹੀਂ ਵੀ ਤੁਹਾਨੂੰ ਗਲਤ ਕਰਵਾ ਦਾਂ ਮੈਂ। ਤਾਂ ਇਹਦਾ ਰਿਪਲੇਸ ਵਾਸਤੇ ਵਰਤੀ ਜਾਂਦੀ ਹੈ ਕੰਟਰੋਲ B ਨੰਬਰ ਆਪਸ਼ਨ। ਇਹਦਾ ਬਿਲਕੁਲ ਸਹੀ ਆਨਸਰ, ਰਿਪਲੇਸ ਕਰਨ ਵਾਸਤੇ ਕਿਸੇ ਚੀਜ਼ ਨੂੰ। ਇਸ ਤੋਂ ਬਾਅਦ ਐਨਾਲਿਟਿਕ ਇੰਜਨ ਦੀ ਖੋਜ ਕਿਸ ਨੇ ਕੀਤੀ ਸੀ? ਕਹਿੰਦੇ ਜੌਨ ਨਿਊਮਨ ਨੇ, ਚਾਰਲਸ ਬੇਬੇਜ ਨੇ, ਨਨ ਕਿ ਬੋਥ। ਤਾਂ ਭਾਈ ਜਿਹੜੀ ਐਨਾਲਿਟਿਕ ਇੰਜਨ ਹੈ ਇਹ ਬਣਾਇਆ ਸੀ ਚਾਰਲਸ ਬੇਬੇਜ ਨੇ। ਚਾਰਲਸ ਬੇਬੇਜ ਨੂੰ ਕੀ ਕਿਹਾ ਜਾਂਦਾ ਹੈਗਾ? ਫਾਦਰ ਆਫ ਕੰਪਿਊਟਰ। ਇੱਕ ਗੱਲ ਹੋਰ, ਇਹਨੇ 2 ਬਣਾਏ ਸੀ। ਇੱਕ ਤਾਂ ਇਹਨੇ ਬਣਾਇਆ ਸੀ ਡਿਫਰੈਂਸ ਇੰਜਨ, ਇੱਕ ਬਣਾਇਆ ਸੀ ਇਹਨੇ ਐਨਾਲਿਟਿਕ ਇੰਜਨ। ਅਤੇ ਡਿਫਰੈਂਸ ਇੰਜਨ ਸੀ ਉਹ ਇਹਦਾ ਫੇਲ ਹੋ ਗਿਆ ਸੀ, ਐਨਾਲਿਟਿਕ ਇੰਜਨ ਦਾ ਪਾਸ ਹੋ ਗਿਆ ਸੀ। ਸਿਰਫ ਇਹਨੇ ਕੈਲਕੂਲੇਸ਼ਨ ਵਾਸਤੇ ਬਣਾਇਆ ਸੀ। ਪ੍ਰਸ਼ਨ ਪੁੱਛਿਆ ਜਾਊਗਾ ਡਿਫਰੈਂਸ ਇੰਜਨ ਕਿਸ ਦੀ ਰਚਨਾ ਅਤੇ ਐਨਾਲਿਟਿਕ ਇੰਜਨ ਕਿਸ ਦੀ ਰਚਨਾ? ਡਿਫਰੈਂਸ ਅਤੇ ਐਨਾਲਿਟਿਕ ਇੰਜਨ ਇਹ ਦੋਨੇ ਜਿਹੜੇ ਕੰਪਿਊਟਰ ਸੀ ਭਾਈ, ਕੈਲਕੂਲੇਟਰ ਡਿਵਾਈਸਾਂ ਜਿਹੀਆਂ ਸੀ, ਇਹ ਬਣਾਈਆਂ ਸੀ ਆਪਣੇ ਚਾਰਲਸ ਬੇਬੇਜ ਨੇ। ਦੋਨੇ ਇਹਦੀਆਂ ਰਚਨਾ ਇਹ ਕਿਹੜੀਆਂ? ਐਨਾਲਿਟਿਕ ਅਤੇ ਡਿਫਰੈਂਸ ਇੰਜਨ। ਇਹਨਾਂ ਦੇ ਵਿੱਚੋਂ ਕਿਹੜਾ ਇੱਕ ਫੌਂਟ ਸਾਈਜ਼ ਨਹੀਂ ਹੈ? ਟਾਈਮਸ ਨਿਊ ਰੋਮਨ। ਜਦੋਂ ਆਪਾਂ ਕੰਪਿਊਟਰ ਖੋਲ੍ਹਦੇ ਹੈਗੇ ਉਹਦੇ ਉੱਪਰ ਆਪਾਂ ਨੂੰ ਪੁੱਛਦੇ ਕਿ ਕਿਹੜਾ ਫੌਂਟ ਕਿਹੜੇ ਟਾਈਪ ਦੇ ਚਾਹੀਦੇ? ਰੋਮਨ ਵੀ ਲਿਖਿਆ ਹੁੰਦਾ ਹੁੰਦਾ, ਏਰੀਅਲ ਵੀ ਲਿਖਿਆ ਹੁੰਦਾ, ਠੀਕ ਹੈ। ਪਰ C ਆਪਸ਼ਨ ਹੀ ਲਿਖਿਆ ਹੁੰਦਾ ਉਹਦੇ ਵਿੱਚ। ਇਹ ਗੱਲ ਯਾਦ ਰੱਖਣੀ। ਇਹ ਦੋਨੇ ਨਾ ਫੌਂਟ ਟਾਈਪ ਆਪਣੇ, ਪਰ ਕੌਮ ਸੇ ਕੁਛ ਨਹੀਂ ਪਤਾ, ਇਹਨਾਂ ਮੈਨੂੰ ਪਤਾ ਨਹੀਂ ਹੈ ਕੀ ਹੁੰਦਾ ਕੌਮਿਕ ਸੈਂਸ, ਠੀਕ ਹੈ। ਤਾਂ ਇਹਦਾ ਆਨਸਰ ਆ ਜਾਊਗਾ C ਨੰਬਰ ਆਪਸ਼ਨ, ਕਿ ਇਹਨਾਂ 'ਚ ਇਹ ਫੌਂਟ ਸਾਈਜ਼ ਨਹੀਂ ਹੈਗਾ।
ਇਸ ਤੋਂ ਪਹਿਲਾਂ ਕਿਹੜੇ ਇਹਨਾਂ ਵਿੱਚੋਂ ਕਿਹੜਾ ਫਸਟ ਜਨਰੇਸ਼ਨ ਦਾ ਕੰਪਿਊਟਰ ਹੈ? CDC 1604, IBM 1401 ਕਿ ਜੂਨੀਐਕ? ਜਿਹੜਾ ਜੂਨੀਐਕ ਆ ਭਾਈ, ਠੀਕ ਹੈ, ਇਹ ਕੀ ਹੈ, ਇੱਕ ਪਹਿਲੀ ਜਨਰੇਸ਼ਨ ਦਾ ਕੰਪਿਊਟਰ ਹੈ। ਦੇਖੋ ਫਸਟ ਜਨਰੇਸ਼ਨ ਦੇ ਵਿੱਚ ਤਾਂ ਆਪਾਂ ਯੂਜ਼ ਕਰਦੇ ਸੀ ਵੈਕਿਊਮ ਟਿਊਬ, ਸੈਕਿੰਡ ਜਨਰੇਸ਼ਨ ਦੇ ਵਿੱਚ ਆਪਾਂ ਯੂਜ਼ ਕਰਦੇ ਸੀ ਟਰਾਂਸਰਿਸਟਰ, ਥਰਡ ਜਨਰੇਸ਼ਨ ਦੇ ਵਿੱਚ ਆਪਾਂ ਯੂਜ਼ ਕਰਦੇ ਸੀ ਆਪਣਾ IC, ਚੌਥੇ ਦੇ ਵਿੱਚ ਆਪਾਂ ਯੂਜ਼ ਕਰਦੇ ਸੀ ਮਾਈਕਰੋ ਪ੍ਰੋਸੈਸਰ, ਅਤੇ ਪੰਜਵੀਂ ਜਨਰੇਸ਼ਨ ਦੇ ਵਿੱਚ ਯੂਜ਼ ਕਰਦੇ ਆਪਾਂ AI ਆਰਟੀਫਿਸ਼ਲ ਇੰਟੈਲੀਜੈਂਸ, ਇਹਨਾਂ ਯੂਜ਼ ਕਰਦਾ ULSI, ਠੀਕ ਹੈ, ਅਲਟਰਾ ਲਾਰਜ ਸਕੇਲ ਇੰਟੀਗ੍ਰੇਟਡ, ਅਤੇ ਮਾਈਕਰੋ ਦੇ ਵਿੱਚ ਯੂਜ਼ ਕਰਦੇ ਆਪਾਂ VLSI, ਠੀਕ ਹੈ, ਵੈਰੀ ਲਾਰਜ ਸਕੇਲ ਇੰਟੀਗ੍ਰੇਟਡ। ਤਾਂ ਭਾਈ ਇਹ ਸਭ ਤੋਂ ਪਹਿਲਾਂ ਫਸਟ ਜਨਰੇਸ਼ਨ ਕੰਪਿਊਟਰ ਹੈਗਾ, ਉਹ ਹੈਗਾ ਆਪਸ਼ਨ ਨੰਬਰ 6। ਇਹਦੀ ਫੁੱਲ ਫਾਰਮ ਕੀ ਹੈ? ਯੂਨੀਵਰਸਲ ਆਟੋਮੈਟਿਕ ਕੰਪਿਊਟਰ, ਠੀਕ ਹੈ, ਯੂਨੀਵਰਸਲ ਕੰਪਿਊਟਰ ਇਹਦਾ ਮਤਲਬ ਇਕੱਲਾ, ਠੀਕ ਹੈ, ਯੂਨੀਵਰਸਲ ਕੰਪਿਊਟਰ। ਮੈਂ ਇਹ ਸਮਝ ਗਿਆ ਸੀ, ਜੂਨੀਐਕ ਸਮਝ ਗਿਆ, ਜੂਨੀਵੈਕ ਹੈ, ਇਹਨੂੰ ਯੂਨੀਵਰਸਲ ਕੰਪਿਊਟਰ ਹੀ ਕਹਾਂਗੇ ਆਪਾਂ ਇਕੱਲਾ। ਤਾਂ C ਨੰਬਰ ਆਪਸ਼ਨ ਜਿਹੜਾ ਇਹ ਫਸਟ ਜਨਰੇਸ਼ਨ ਦਾ ਕੰਪਿਊਟਰ ਸੀ, ਅਤੇ ਭਾਈ ਇਹ ਕੀ ਕੰਮ ਕਰਦਾ? ਜੇ ਵੈਕਿਊਮ ਟਿਊਬ 'ਤੇ ਕੰਮ ਕਰਦਾ ਸੀ, ਅਤੇ ਇਹ ਮਸ਼ੀਨ ਲੈਂਗੁਏਜ ਹੁੰਦੀ ਸੀ ਇਹਦੇ 'ਚ। ਆਪਰੇਸ਼ਨ ਦੁਬਾਰੇ ਦੋ ਨਾਲ ਦੇ ਨਾਲ ਰਿਪੀਟ ਹੋ ਗਿਆ, ਤੁਹਾਨੂੰ ਦੱਸ ਕੇ ਗਏ ਕਹਿੰਦੇ ਪਹਿਲੀ ਪੀੜ੍ਹੀ ਦੇ ਕੰਪਿਊਟਰ ਦੇ ਵਿੱਚ ਕੀ ਵਰਤਿਆ ਜਾਂਦਾ ਸੀ? ਟੈਸਟ ਆ ਬਾਈ ਇੱਕ ਤਰ੍ਹਾਂ ਦਾ, ਠੀਕ ਹੈ, ਪਹਿਲੀ ਪੀੜ੍ਹੀ ਦੇ ਕੰਪਿਊਟਰ ਵਿੱਚ ਵਰਤਿਆ ਜਾਂਦਾ ਸੀ ਕਹਿੰਦੇ ਟਰਾਂਸਰਿਸਟਰ, ਵੈਕਿਊਮ ਟਿਊਬ, VLSI ਕਿ ਨਨ ਆਫ ਦੀਜ਼। ਤਾਂ ਆਹ ਵਰਤਿਆ ਜਾਂਦੀ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਵਿੱਚ, A ਨੰਬਰ ਆਪਸ਼ਨ ਟਰਾਂਸਰਿਸਟਰ ਵਰਤੇ ਜਾਂਦੇ ਸੀ। ਦੂਸਰੀ ਜਨਰੇਸ਼ਨ ਦੇ ਕੰਪਿਊਟਰ ਦੇ ਵਿੱਚ VLSI ਵਰਤਿਆ ਜਾਂਦਾ ਸੀ ਆਪਣਾ ਫੋਰਥ ਜਨਰੇਸ਼ਨ ਦੇ ਵਿੱਚ, ਫੋਰਥ ਮਾਈਕਰੋ ਪ੍ਰੋਸੈਸਰ, ਫੋਰਥ ਜਨਰੇਸ਼ਨ ਦੇ ਵਿੱਚ ਵਰਤਿਆ ਜਾਂਦੇ VLSI। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਨੇਪਾਲ ਨੇ ਆਪਣਾ ਪਹਿਲਾ ਕੰਪਿਊਟਰ ਕਿਹੜਾ ਬਣਾਇਆ ਸੀ? ਨੇਪਾਲ ਨੇ ਆਪਣਾ ਪਹਿਲਾ ਕੰਪਿਊਟਰ ਬਣਾਇਆ ਸੀ ਭਾਈ IBM 1401, IBM 1401 ਬਣਾਇਆ ਸੀ ਕਿਹਨੇ? ਨੇਪਾਲ ਨੇ। ਇਹ ਗੱਲ ਯਾਦ ਰੱਖਣੀ ਹੈ। IBM ਦੀ ਫੁੱਲ ਫਾਰਮ ਕੀ ਹੈ? ਇੰਟਰਨੈਸ਼ਨਲ ਬਿਜ਼ਨਸ ਮਸ਼ੀਨ, ਇੰਟਰਨੈਸ਼ਨਲ ਬਿਜ਼ਨਸ ਮਸ਼ੀਨ। ਮਾਈਕਰੋ ਪ੍ਰੋਸੈਸਰ ਕਿਹੜੀ ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਵਰਤੇ ਜਾਂਦੇ ਸੀ? ਤੁਹਾਨੂੰ ਕਰਵਾ ਕੇ ਗਿਆ ਭਾਈ, ਮੈਂ ਹੁਣੀ ਕਰਵਾ ਕੇ ਗਿਆ ਹੈਗਾ, ਫੋਰਥ ਜਨਰੇਸ਼ਨ ਦੇ ਵਿੱਚ ਇਹ ਵਰਤੇ ਜਾਂਦੇ ਸੀ, ਠੀਕ ਹੈ। ASCII ਦੀ ਫੁੱਲ ਫਾਰਮ ਕੀ ਹੈ? ਬਹੁਤ ਵਾਰੀ ਕਰਵਾ ਕੇ ਗਿਆ, ਪੇਪਰ ਦੇ ਵਿੱਚ ਆਊਗੀ ਵੀ 100%। ਤਾਂ ASCII ਦੀ ਫੁੱਲ ਫਾਰਮ ਹੈਗੀ ਹੈ ਭਾਈ ਅਮਰੀਕਨ ਸਟੈਂਡਰਡ ਕੋਡ ਫੋਰ ਇਨਫੋਰਮੇਸ਼ਨ ਇੰਟਰਚੇਂਜ, ਠੀਕ ਹੈ। ਇਹਦਾ ਆਨਸਰ ਹੈਗਾ ਆਪਸ਼ਨ ਨੰਬਰ C। ਤਾਂ ਭਾਈ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਅੱਜ ਲੈਕਚਰ ਧੜਾ ਮਿਲਣ ਵਾਲੇ ਆ ਤੁਹਾਨੂੰ। ਇਸ ਤੋਂ ਬਾਅਦ ਤੁਹਾਨੂੰ ਮਿਲੂਗਾ ਮੈਥ ਦਾ ਲੈਕਚਰ, ਇਹ ਗੱਲ ਯਾਦ ਰੱਖਣੀ। ਇਸ ਤੋਂ ਬਾਅਦ ਮਿਲੂਗਾ ਤੁਹਾਨੂੰ ਮੈਥ ਦਾ ਲੈਕਚਰ। ਅਤੇ ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਧਦੇ ਰਹੋ ਭਾਈ ਸਾਰੇ, ਠੀਕ ਹੈ। ਧਿਆਨ ਨਾਲ ਲਾਉਣਾ ਲੈਕਚਰ ਸਾਰੇ ਬੱਚਿਆਂ ਨੇ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ।